ਵਡ ਹੰਸ ਮਹੱਲਾ ਤੀਜਾ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਨ ਮੈਲੈ ਸਭ ਕਿਛ ਮੈਲਾ। ਤਨ ਧੋਤੈ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ। ਵਿਰਲਾ ਬੂਝੈ ਕੋਇ। ਮਨ ਮੈਲੈ ਸਭ ਕਿਛ ਮੈਲਾ। ਤਨ ਧੋਤੈ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ। ਵਿਰਲਾ ਬੂਝੈ ਕੋਇ। ਜਪ ਮਨ ਮੇਰੇ ਤੂੰ ਏਕੋ ਨਾਮ। ਸਤਿਗੁਰ ਦੀਆ ਮੋਕੋ ਇਹੋ ਨਿਧਾਨ। ਜਪ ਮਨ ਮੇਰੇ ਤੂੰ ਏਕੋ ਨਾਮ। ਸਤਿਗੁਰ ਦੀਆ ਮੋਕੋ ਇਹੋ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ, ਆਓ ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਵਰਤਾਉਂਦਿਆਂ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਨੇ ਪ੍ਰਕਾਸ਼ਮਾਨ ਹੁੰਦਿਆਂ ਮਨੁੱਖਤਾ ਦੇ ਭਲੇ ਲਈ ਜੋ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਰੋਜ਼ਾਨਾ ਦੀ ਤਰ੍ਹਾਂ ਉਸ ਸਤਿਗੁਰੂ ਦੇ ਹੁਕਮ ਦੀ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਸਤਿਗੁਰੂ ਦੀ ਕਿਰਪਾ ਦਾ ਸਦਕਾ ਕਰ ਸਕੀਏ। ਇੱਕ ਵਾਰ ਆਪ ਜੀ ਇਕਾਗਰਤਾ ਬਖਸ਼ਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਤੀਜਾ। ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਅੱਜ ਦਾ ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜਹੰਸ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 558 ਅੰਗ ਤੇ ਇਹ ਬਚਨ ਸੁਸ਼ੋਭਿਤ ਹੈ। ਮਹਾਰਾਜ ਜੀ ਬੜਹੰਸ ਮਹੱਲਾ ਤੀਜਾ ਬੜਹੰਸ ਰਾਗ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਆ। ਘਰ ਪਹਿਲਾ ਪਹਿਲੇ ਘਰ ਵਿੱਚ ਗਾਉਣ ਦੀ ਤਾਕੀਦ ਕਰਦੇ ਆ। ਅੱਗੇ ਸਤਿਗੁਰੂ ਨੇ ਇੱਕ ਮੰਗਲ ਬਖਸ਼ਿਸ਼ ਕੀਤਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਦਾ ਭਾਵ ਹੈ ਪਰਮਾਤਮਾ ਇੱਕ ਹੈ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰ ਫਿਰ ਤੁਹਾਨੂੰ ਬੇਨਤੀ ਕਰਾਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਜੀ ਪੜ੍ਹੋ। ਸਤਿਗੁਰੂ ਦੀ ਬਾਣੀ ਵਿੱਚ ਇਹ ਮੰਗਲ ਬਾਰ-ਬਾਰ ਸਤਿਗੁਰੂ ਨੇ ਦਰਜ ਕੀਤਾ ਹੈ। 524 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਦਰਜ ਹੈ। ਕਿਉਂਕਿ ਸਤਿਗੁਰੂ ਨੇ ਇੱਕ ਕਿਰਪਾ ਕੀਤੀ। ਗੁਰੂ ਕਿਆ ਸਿੱਖਾ, ਤੂੰ ਕਿਸੇ ਰਾਗ ਵਿੱਚ ਬਾਣੀ ਪੜ੍ਹੇ, ਕਿਸੇ ਗੁਰੂ ਸਾਹਿਬਾਨ ਦਾ ਬਚਨ ਪੜ੍ਹੇ, ਭਗਤ ਸਾਹਿਬਾਨ ਦਾ ਬਚਨ ਪੜ੍ਹੇ, ਗੁਰਸਿੱਖਾਂ ਦੇ ਬਚਨ ਪੜ੍ਹੇ, ਇੱਕ ਗੱਲ ਕਦੀ ਨਾ ਭੁੱਲੀ, ਗੁਰੂ ਤੈਨੂੰ ਬਾਰ-ਬਾਰ ਚੇਤੇ ਕਰਵਾਉਂਦਾ ਹੈ, ਪਰਮਾਤਮਾ ਇੱਕ ਹੈ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨ ਮੈਲ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ। ਮਹਾਰਾਜ ਕਹਿਣ ਲੱਗੇ, ਮਨੁੱਖਤਾ ਦਾ ਇੱਕ ਸੁਭਾਅ ਹੈ, ਇਹ ਬੜੇ ਵਾਰੀ ਤਨ ਦੀ ਇਸ਼ਨਾਨ ਕਰਵਾ ਕੇ, ਤਨ ਨੂੰ ਇਸ਼ਨਾਨ ਕਰਵਾ ਕੇ ਇੰਜ ਮਹਿਸੂਸ ਕਰਦਾ ਮੇਰੀ ਅੰਦਰ ਦੀ ਮੈਲ ਉਤਰ ਗਈ। ਇਸੇ ਵਜੋਂ ਇਹਨੇ ਥਾਂ ਥਾਂ ਤੇ ਕਈ ਟਿਕਾਣੇ ਬਣਾ ਲਏ। ਪਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ, ਕਹਿਣ ਲੱਗੇ ਮਨ ਮੈਲ ਹੈ, ਸਭ ਕੁਛ ਮੈਲ ਹੈ। ਹੇ ਭਾਈ, ਜੇ ਤੇਰਾ ਮਨ ਮੈਲਾ ਹੈ ਤਾਂ ਯਾਦ ਰੱਖ ਸਭ ਕੁਝ ਮੈਲਾ ਹੈ। ਤਨ ਧੋਤੈ ਮਨ ਹੱਛਾ ਨਾ ਹੋਏ, ਕੇਵਲ ਤਨ ਦਾ ਇਸ਼ਨਾਨ ਤੇਰੇ ਮਨ ਨੂੰ ਪਵਿੱਤਰ ਨਹੀਂ ਕਰੇਗਾ। ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਮਹਾਰਾਜ ਨੇ ਬਾਣੀ ਵਿੱਚ ਬਚਨ ਵਰਤੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਹਾਰਾਜ ਕਹਿਣ ਲੱਗੇ ਦਿਨ ਰਾਤ ਵੀ ਜੇ ਤੂੰ ਇਸ਼ਨਾਨ ਕਰੇ, ਪਰ ਸੱਚ ਜਾਣੀ ਤੇਰੇ ਤਨ ਦੀ ਮੈਲ ਉਤਰ ਸਕਦੀ, ਮਨ ਦੀ ਮੈਲ ਨਹੀਂ ਉਤਰੇਗੀ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਇਸ ਤਰ੍ਹਾਂ ਵੀ ਕਿਹਾ। ਇੱਕ ਬਚਨ ਆਉਂਦਾ ਸਤਿਗੁਰੂ ਦਾ, ਸਾਹਿਬ ਕਹਿਣ ਲੱਗੇ ਮਨੁੱਖ ਪਾਪ ਕਰਦਾ 5 ਵਿਕਾਰਾਂ ਦੇ ਵਸ ਪੈ ਕੇ, ਤੇ ਤੀਰਥ ਤੇ ਇਸ਼ਨਾਨ ਕਰਦਾ ਹੈ। ਆਪਣੇ ਮਨ ਅੰਦਰ ਇੱਕ ਫੁਰਨਾ ਬਣਾ ਲੈਂਦਾ ਵੀ ਹੁਣ ਮੈਂ ਤੀਰਥ ਤੇ ਇਸ਼ਨਾਨ ਕਰ ਲਿਆ ਤੇ ਮੇਰੇ ਅੰਦਰ ਦੀ ਮੈਲ ਲੈ ਗਈ। ਪਾਪ 5 ਵਿਕਾਰਾਂ ਦੇ ਵਸ ਕੀਤਾ, ਤੀਰਥ ਤੇ ਇਸ਼ਨਾਨ ਕਰਕੇ ਅੰਦਰ ਫੁਰਨਾ ਬਣਾਇਆ, ਪਾਪ ਧੁੱਪ ਗਏ। ਮਹਾਰਾਜ ਕਹਿਣ ਲੱਗੇ ਫਿਰ ਜਦੋਂ ਵਾਪਸ ਆਉਂਦਾ ਹੈ, ਫਿਰ ਬੇਫਿਕਰਾ ਹੋ ਕੇ ਪਾਪ ਕਰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆ, ਬੰਦੇ ਇਸ ਤਰ੍ਹਾਂ ਤੂੰ ਪਵਿੱਤਰ ਨਹੀਂ ਹੋਏਗਾ, ਜੇ ਪਾਪ ਕਰਮ ਕਰੇਗਾ ਤੂੰ ਜਮਾਂ ਦੇ ਵਸ ਪੈ ਜਾਏਗਾ। ਬਾਣੀ ਵਿੱਚ ਇਹ ਬਚਨ ਆਉਂਦਾ, ਪਾਪ ਕਰੇ ਪੰਚਾਂ ਕੇ ਬਸ ਨੇ, ਤੀਰਥ ਨਹਾਏ ਕਹੇ ਸਭ ਉਤਰੇ, ਬੌਰ ਕਮਾਵੇਂ ਹੋਏ ਨਿਸੰਕ, ਜਮਪੁਰ ਬਾਂਧ ਖਰੇ ਕਾਲੰਕ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਬਚਨ ਵਰਤੇ। ਮਹਾਰਾਜ ਕਹਿਣ ਲੱਗੇ ਅਸਲ ਵਿੱਚ ਇਸ਼ਨਾਨ ਦਾ ਤੀਰਥ ਕਿਹੜਾ ਹੈ? ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਮਹਾਰਾਜ ਕਹਿਣ ਲੱਗੇ ਗੁਰੂ ਦਾ ਅੰਤਰ ਆਤਮੇ ਗਿਆਨ ਪੈਦਾ ਕਰ ਲੈਣਾ, ਪਰਮੇਸ਼ਵਰ ਦੇ ਨਾਮ ਵਿੱਚ ਸੁਰਤ ਜੋੜਨਾ ਹੀ ਅਸਲੀ ਤੀਰਥ ਹੈ। ਇੱਥੇ ਗੁਰੂ ਅਮਰਦਾਸ ਜੀ ਨੇ ਕਿਹਾ, ਭਾਈ ਜੇ ਤੇਰਾ ਮਨ ਮੈਲਾ ਹੈ, ਤਨ ਧੋਤਿਆਂ ਮਨ ਪਵਿੱਤਰ ਨਹੀਂ ਹੋਏਗਾ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ। ਸਤਿਗੁਰੂ ਕਹਿਣ ਲੱਗੇ ਇਹ ਜਿਹੜਾ ਜਗਤ ਹੈ, ਸੰਸਾਰ ਹੈ, ਕਈ ਵਾਰੀ ਇਹ ਭਰਮ ਦੇ ਵਿੱਚ ਪੈ ਜਾਂਦਾ ਹੈ, ਤੇ ਭਰਮ ਦੇ ਵਿੱਚ ਪੈ ਕੇ ਇਹਨੂੰ ਧਰਮ ਨਹੀਂ ਸਮਝ ਆਉਂਦਾ। ਇਹ ਫਿਰ ਕਈ ਵਾਰੀ ਕੁਰਾਹੇ ਪੈਂਦਾ। ਗੁਰੂ ਜੀ ਨੇ ਕਿਹਾ ਬਿਰਲਾ ਬਿਰਲਾ ਕੋਈ ਹੈ ਜਿਹੜਾ ਗੁਰੂ ਦੇ ਇਸ ਉਪਦੇਸ਼ ਨੂੰ ਸਮਝਦਾ ਤੇ ਕਮਾਉਂਦਾ ਹੈ ਕਿ ਤਨ ਧੋਤਿਆਂ ਮਨ ਦੀ ਪਵਿੱਤਰਤਾ ਨਹੀਂ ਹੁੰਦੀ। ਤੇ ਭਰਮ ਇੱਕ ਐਸਾ ਹੈ ਗੁਰਮੁਖੋ, ਕਹਿੰਦੇ ਨੇ ਇੱਕ ਬੱਚੀ ਆਪਣੇ ਮਾਂ-ਬਾਪ ਦੇ ਵਿਹੜੇ ਵਿੱਚ ਖੇਡੀ, ਪਰ ਜਵਾਨੀ ਦਾ ਸਮਾਂ ਆਇਆ, ਮਾਂ-ਬਾਪ ਨੇ ਉਹਨੂੰ ਵਿਆਹ ਕੇ ਸਹੁਰੇ ਘਰ ਘੱਲਿਆ। ਸਹੁਰੇ ਘਰ ਆਈ ਤੇ ਜਦੋਂ ਘਰ ਆਈ ਤੇ ਉਹਦੀ ਸੱਸ ਨੇ ਕਿਹਾ, ਧੀਏ ਇੱਕ ਕੰਮ ਕਰ, ਤੂੰ ਦੁੱਧ ਨੂੰ ਜਾਗ ਲਾ ਦੇ। ਧਿਆਨ ਨਾਲ ਸੁਣਿਓ, ਸ਼ਬਦ ਇਹ ਵਰਤਿਆ, ਤੂੰ ਦੁੱਧ ਨੂੰ ਜਾਗ ਲਾ। ਉਸ ਬੱਚੀ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੀ ਮਾਂ, ਸੱਸ ਮਾਂ ਨੂੰ ਕਿਹਾ, ਮਾਂ ਇੱਕ ਕੰਮ ਕਰ, ਪਹਿਲਾਂ ਬਿੱਲੀ ਟੋਕਰੇ ਥੱਲੇ ਤਾੜ ਦੇ, ਪਹਿਲਾਂ ਬਿੱਲੀ ਨੂੰ ਟੋਕਰੇ ਥੱਲੇ ਬੰਦ ਕਰ ਦੇ। ਉਹਦੀ ਮਾਂ ਨੇ ਕਿਹਾ, ਧੀਏ ਦੁੱਧ ਨੂੰ ਜਾਗ ਲਾਉਣਾ, ਬਿੱਲੀ ਨੂੰ ਟੋਕਰੇ ਥੱਲੇ ਤਾੜਨ ਦਾ ਕੀ ਮਤਲਬ? ਉਹ ਜੀ ਉਹਦੇ ਪੇਕੇ ਘਰ ਆਈ, ਸੱਸ ਮਾਂ ਪੇਕੇ ਘਰ ਆ ਕੇ ਪੁੱਛਦੀ ਏ,
ਸਿਆਣੀ ਸੀ, ਉਹਨੇ ਪੁੱਛਿਆ ਆ ਕੇ ਕੀ ਕਾਰਨ ਮੈਂ ਧੀ ਨੂੰ ਦੁੱਧ ਨੂੰ ਜਾਗ ਲਾਉਣ ਦਾ ਕਿਹਾ ਹੈ। ਇਹ ਬਾਰ-ਬਾਰ ਇੱਕ ਗੱਲ ਦੁਹਰਾ ਰਹੀ ਹੈ, ਮੈਂ ਬਚਪਨ ਤੋਂ ਜਦੋਂ ਸਾਡੇ ਘਰ ਵਿੱਚ ਦੁੱਧ ਨੂੰ ਜਾਗ ਲੱਗਦਾ ਸੀ ਅਸੀਂ ਬਿੱਲੀ ਨੂੰ ਟੋਕਰੇ ਥੱਲੇ ਤਾੜਦੇ ਸਾਂ। ਉਹਨੇ ਪੁੱਛਿਆ ਕੀ ਕਾਰਨ ਹੈ, ਤੇ ਉਹਦੀ ਮਾਂ ਨੇ ਇੱਕ ਗੱਲ ਕਹੀ, ਕਹਿਣ ਲੱਗੀ ਗੱਲ ਕੋਈ ਵੀ ਨਹੀਂ, ਬਚਪਨ ਵਿੱਚ ਸਾਡੇ ਘਰ ਵਿੱਚ ਪਹਿਲਾਂ ਤੋਂ ਲੈ ਕੇ ਨਿੱਕੀ ਦੀ ਬਿੱਲੀ ਉਹ ਜਾਨਵਰ ਪਾਲਿਆ, ਜਦੋਂ ਕਿਤੇ ਦੁੱਧ ਨੂੰ ਜਾਗ ਲਾਈਦਾ ਸੀ ਤੇ ਬਿੱਲੀ ਮੂੰਹ ਨਾ ਪਾ ਜਾਏ ਤਾਂ ਕਰਕੇ ਅਸੀਂ ਟੋਕਰੇ ਥੱਲੇ ਬਿੱਲੀ ਪਹਿਲਾਂ ਤਾੜਦੇ ਸਾਂ। ਇਹਦਾ ਬਚਪਨ ਦਾ ਸੁਭਾਅ ਬਣਿਆ, ਪਰ ਇਹਨੂੰ ਇਹ ਭਰਮ ਪੈ ਗਿਆ ਹੈ ਤੇ ਇਹ ਅਸਲੀਅਤ ਨੂੰ ਭੁੱਲ ਗਈ ਹੈ। ਮੇਰੀ ਬੇਨਤੀ ਨੂੰ ਸਮਝਿਓ, ਉਹ ਅਸਲੀਅਤ ਨੂੰ ਭੁੱਲ ਗਈ ਆ। ਮਹਾਰਾਜ ਇੱਥੇ ਕਹਿੰਦੇ ਆ, ਕਹਿਣ ਲੱਗੇ ਭਾਈ ਇਹ ਜਗਤ ਭਰਮ ਭੁਲਾਇਆ, ਬੜੇ ਵਾਰੀ ਗੁਰੂ ਦੀ ਧਰਮ ਦੀ ਗੱਲ ਭੁੱਲ ਕੇ ਸੰਸਾਰ ਭਰਮ ਵਿੱਚ ਪੈਂਦਾ ਹੈ। ਬਿਰਲਾ ਬੂਝੈ ਕੋਏ, ਕੋਈ ਬਿਰਲਾ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਸਮਝਦਾ ਬੁੱਝਦਾ ਹੈ। ਜਪ ਮਨ ਮੇਰੇ ਤੂੰ ਏਕੋ ਨਾਮ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਤੂੰ ਇੱਕ ਕੰਮ ਕਰ, ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ। ਰਹਾਉ ਵਾਲੀ ਤੁਕ ਵਿੱਚ ਕਹਿ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ, ਬਾਣੀ ਵਿੱਚ ਬੇਅੰਤ ਬਚਨ ਆਏ। ਮਹਾਰਾਜ ਕਹਿੰਦੇ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵਰਤੇ। ਮਹਾਰਾਜ ਕਹਿਣ ਲੱਗੇ ਜਪ ਮਨ ਮੇਰੇ ਏਕੋ ਨਾਮ, ਤੂੰ ਇੱਕ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਗੁਰੂ ਰਾਮਦਾਸ ਜੀ ਤੇ ਇੱਕ ਸ਼ਬਦ ਵਰਤਦੇ ਆ। ਮਹਾਰਾਜ ਕਹਿਣ ਲੱਗੇ ਐ ਮਨੁੱਖ, ਤੈਨੂੰ ਮਨੁੱਖਾ ਜਨਮ ਮਿਲ ਗਿਆ, ਪਰ ਜੇ ਮਨੁੱਖਾ ਜਨਮ ਲੈ ਕੇ ਤੂੰ ਪਰਮਾਤਮਾ ਦੀ ਭਗਤੀ ਇਬਾਦਤ ਨਹੀਂ ਕਰਨੀ, ਨਾਮ ਨਹੀਂ ਜਪਣਾ, ਤੂੰ ਸੰਸਾਰ ਤੇ ਲੈਣ ਕੀ ਆਇਆ। ਬਾਣੀ ਵਿੱਚ ਬਚਨ ਵਰਤਿਆ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਤੂੰ ਸੰਸਾਰ ਤੇ ਲੈਣ ਕੀ ਆਇਆ। ਅੱਗੇ ਸੁਚੇਤ ਕਰ ਜਾ ਕਿਆ, ਇਹ ਮਾਨਸ ਜਨਮ ਦੁਲੰਭ ਹੈ। ਮਹਾਰਾਜ ਕਹਿਣ ਲੱਗੇ ਨਾਮ ਬਿਨਾ ਬਿਰਥਾ ਸਭ ਜਾਏ। ਮਨੁੱਖਾ ਜਨਮ ਬਹੁਤ ਕੀਮਤੀ ਹੈ, ਪਰ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਇਹਨੇ ਵਿਅਰਥ ਚਲੇ ਜਾਣਾ। ਹੁਣ ਵੱਤੈ ਹਰ ਨਾਮ ਨਾ ਬੀਜਿਓ। ਹੁਣ ਇੱਕ ਮੌਕਾ ਹੈ, ਤੂੰ ਨਾਮ ਦਾ ਬੀਜ ਬੀਜਦਾ ਨਹੀਂ, ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਮਨ ਪਿੱਛੇ ਤੁਰਨ ਵਾਲਾ ਮਹਾਰਾਜ ਕਹਿਣ ਲੱਗੇ ਫਿਰ ਜੰਮਣ ਮਰਨ ਵਿੱਚ ਭੜਕਦਾ ਹੈ। ਤੇ ਮੈਂ ਇੱਕ ਬੇਨਤੀ ਤੁਹਾਨੂੰ ਫਿਰ ਕਰਾਂ, ਵੇਖੋ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਤੀ ਭੱਟਾਂ ਨੇ ਇੱਕ ਬਚਨ ਵਰਤਿਆ। ਇੱਥੇ ਕਿਹਾ ਨਾ ਜਪ ਮਨ ਮੇਰੇ ਤੂੰ ਏਕੋ ਨਾਮ, ਇੱਕ ਪਰਮਾਤਮਾ ਦਾ ਨਾਮ ਜਪ। ਭੱਟ ਜੀ ਕਹਿੰਦੇ ਆ, ਕਹਿਣ ਲੱਗੇ ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡਾ ਜੀਵਨ ਵੇਖਿਆ ਜਾਏ, ਤੁਸੀਂ ਪੜ੍ਹਿਆ ਵੀ ਇੱਕ ਪਰਮਾਤਮਾ ਨੂੰ ਹੈ, ਤੁਸੀਂ ਮਨ ਵਿੱਚ ਵੀ ਇੱਕ ਪਰਮਾਤਮਾ ਨੂੰ ਟਿਕਾਇਆ, ਤੁਸੀਂ ਸਤਿਗੁਰੂ ਮੁਖ ਵਿੱਚੋਂ ਸ਼ਬਦ ਵੀ ਇੱਕ ਪਰਮਾਤਮਾ ਦੇ ਬੋਲਦੇ ਹੋ, ਤੁਹਾਡੇ ਨੇਤਰਾਂ ਵਿੱਚੋਂ ਵੀ ਇੱਕ ਪਰਮਾਤਮਾ ਦਾ ਦੀਦਾਰ ਹੁੰਦਾ ਹੈ। ਬੇਅੰਤ ਬਚਨ ਵਰਤੇ, ਤੁਸੀਂ ਸੁਪਨ ਅਵਸਥਾ ਵਿੱਚ ਵੀ ਇੱਕ ਪਰਮਾਤਮਾ ਨੂੰ ਦੇਖਦੇ ਹੋ, ਤੁਸੀਂ ਜਾਗਰਤ ਅਵਸਥਾ ਵਿੱਚ ਵੀ ਇੱਕ ਪਰਮਾਤਮਾ ਨੂੰ ਤੱਕਦੇ ਹੋ, ਤੁਸੀਂ ਪੰਜ ਤੱਤਾਂ ਵਿੱਚੋਂ ਵੀ ਇੱਕ ਪਰਮਾਤਮਾ ਨੂੰ ਤੱਕਦੇ ਹੋ। ਮਹੀਨੇ ਦੇ 30 ਦਿਨ ਨੇ, ਪੂਰਾ ਸਾਲ ਪਰ ਪੂਰਾ ਜੀਵਨ ਤੁਹਾਡਾ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਹੈ। ਇੱਥੋਂ ਤੱਕ ਬਚਨ ਵਰਤੇ, ਪੰਜ ਤੱਤਾਂ ਦੀ ਸ੍ਰਿਸ਼ਟੀ ਬਣੀ ਹੈ, ਪੰਜ ਤੱਤਾਂ ਦੀ ਸ੍ਰਿਸ਼ਟੀ ਵਿੱਚੋਂ ਵੀ ਤੁਸੀਂ ਇੱਕ ਨੂੰ ਹੀ ਤੱਕਦੇ ਹੋ। ਬੇਅੰਤ ਬਚਨ ਕਹੇ ਭੱਟਾਂ ਨੇ, ਕਹਿਣ ਲੱਗੇ ਹੇ ਸਤਿਗੁਰੂ, ਜਿਹੜਾ ਪਰਮਾਤਮਾ ਅਲੱਖ ਹੈ, ਲਖਿਆ ਨਹੀਂ ਜਾ ਸਕਦਾ, ਤੁਸੀਂ ਉਸ ਪਰਮਾਤਮਾ ਦੀ ਭਗਤੀ ਇਬਾਦਤ ਵਿੱਚ ਜੁੜੇ ਹੋ। ਤੇ ਪੱਟ ਜਾਲਪ ਜੀ ਕਹਿੰਦੇ ਆ, ਸਤਿਗੁਰੂ ਤੁਸੀਂ ਮੰਨਿਆ ਵੀ ਇੱਕ ਨੂੰ ਹੈ, ਤੁਸੀਂ ਧਿਆਇਆ ਵੀ ਇੱਕ ਨੂੰ ਹੈ। ਬਾਣੀ ਵਿੱਚੋਂ ਬਚਨ ਆਉਂਦਾ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਨ ਮੋਹ ਇੱਕ, ਇੱਕ ਦੋਇ ਠਾਏ ਨਾ ਜਾਣਿਓ। ਇੱਕ ਤੋਂ ਬਿਨਾ ਗੁਰੂ ਅਮਰਦਾਸ ਜੀ ਤੁਸੀਂ ਦੂਸਰੇ ਨੂੰ ਜਾਣਦੇ ਨਹੀਂ। ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਨ ਮੋਹ ਇੱਕ, ਇੱਕ ਦੋਇ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਨੋ। ਫਿਰ ਬਚਨ ਵਰਤੇ, 30 ਇੱਕ ਅਰ 5 ਸਿੱਧ 35 ਨਾ ਖੀਨੋ। ਇੱਕੋ ਦੇ ਲੱਖ, ਲੱਖੋਂ ਅਲੱਖ ਹੈ,
ਇੱਕ ਇੱਕ ਕਰ ਬਰਨਿਓ, ਗੁਰੂ ਅਮਰਦਾਸ ਜਾਲਪ ਭਨੈ ਤੂੰ ਇੱਕ ਲੋੜੇ ਇੱਕ ਮੰਨਿਓ। ਧੰਨ ਗੁਰੂ ਅਮਰਦਾਸ ਜੀ, ਤੁਸੀਂ ਇੱਕ ਨੂੰ ਲੋੜਿਆ, ਤੁਸੀਂ ਇੱਕ ਨੂੰ ਮੰਨਿਆ ਹੈ। ਇੱਕ ਵਿਦਵਾਨ ਪੁਰਸ਼ ਨੇ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਲਿਖਿਆ, ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਗ ਲਾ ਰਹੇ ਨੇ, ਬਖਸ਼ਿਸ਼ਾਂ ਵਰਤਾ ਰਹੇ ਨੇ, ਤੇ ਇੱਕ ਫਕੀਰ ਮਨ ਦੇ ਕੁਝ ਖਿਆਲ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ। ਜਦੋਂ ਗੋਇੰਦਵਾਲ ਸਾਹਿਬ ਆਇਆ ਤੇ ਗੁਰਸਿੱਖਾਂ ਨੂੰ ਪੁੱਛਦਾ, ਮੈਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਦੀਦਾਰ ਕਰਨਾ ਹੈ, ਤੇ ਸਤਿਗੁਰੂ ਕਿੱਥੇ ਨੇ? ਅੱਗੋਂ ਗੁਰੂ ਕੇ ਸਿੱਖਾਂ ਨੇ ਕਿਹਾ, ਸਤਿਗੁਰੂ ਮਹਾਰਾਜ ਇਕਾਂਤ ਵਿੱਚ ਰੱਬੀ ਭਗਤੀ ਵਿੱਚ, ਰੱਬੀ ਸਿਮਰਨ ਵਿੱਚ, ਬੰਦਗੀ ਵਿੱਚ ਟਿਕੇ ਹੋਏ ਨੇ। ਤੂੰ ਕੁਝ ਘੜੀਆਂ ਪ੍ਰਸ਼ਾਦ ਪਾਣੀ ਜਲ ਪਾਣੀ ਛਕ। ਸਤਿਗੁਰੂ ਦਰਬਾਰ ਵਿੱਚ ਆਉਣਗੇ, ਤਖਤ ਤੇ ਸੁਭਾਏਮਾਨ ਹੋਣਗੇ, ਫਿਰ ਦਰਸ਼ਨ ਕਰ ਲਵੀਂ। ਕਹਿਣ ਲੱਗੇ ਆਏ ਹੋਏ ਫਕੀਰ ਦੇ ਮਨ ਵਿੱਚ ਇੱਕ ਫੁਰਨਾ ਆ ਗਿਆ, ਮਨਾ ਇਹ ਤੇ ਖੁਦ ਪਰਮੇਸ਼ਰ ਨੇ ਗੁਰੂ ਅਮਰਦਾਸ ਜੀ, ਇਹਨਾਂ ਅੰਦਰ ਤੇ ਰੱਬੀ ਜੋਤ ਵਰਤਦੀ ਹੈ, ਤੇ ਇਹਨਾਂ ਨੂੰ ਭਗਤੀ ਕਰਨ ਦੀ ਸਿਮਰਨ ਕਰਨ ਦੀ ਕੀ ਲੋੜ ਹੈ? ਮਨ ਵਿੱਚ ਫੁਰਨਾ ਆ ਗਿਆ ਤੇ ਖਿਆਲ ਆਇਆ, ਮੈਂ ਜਦੋਂ ਸਤਿਗੁਰੂ ਨੂੰ ਮਿਲਾਂਗਾ ਮੈਂ ਪੁੱਛਾਂਗਾ ਜ਼ਰੂਰ, ਮਹਾਰਾਜ ਤੁਸੀਂ ਤੇ ਖੁਦ ਨਾਮ ਦੀ ਦਾਤ ਵੰਡਣ ਵਾਲੇ ਹੋ, ਤੁਸੀਂ ਤੇ ਖੁਦ ਪਰਮੇਸ਼ਵਰ ਹੋ, ਪਰਮਾਤਮਾ ਦਾ ਰੂਪ ਹੋ, ਮਹਾਰਾਜ ਤੁਹਾਨੂੰ ਕੀ ਜਪਣ ਦੀ ਲੋੜ ਹੈ? ਚਲੋ ਜੀ, ਸਤਿਗੁਰੂ ਦਰਬਾਰ ਵਿੱਚ ਆਏ। ਕੁਝ ਘੜੀਆਂ ਬਾਅਦ ਇਹ ਫਕੀਰ ਸਤਿਗੁਰੂ ਦੇ ਦੀਦਾਰ ਨੂੰ ਗਿਆ। ਦਰਬਾਰ ਵਿੱਚ ਜਾ ਨਮਸਕਾਰ ਕੀਤੀ, ਹੱਥ ਜੋੜ ਬੇਨਤੀ ਕੀਤੀ, ਮਹਾਰਾਜ ਮੇਰੇ ਮਨ ਵਿੱਚ ਖਿਆਲ ਆ ਗਿਆ, ਤੁਸੀਂ ਤੇ ਖੁਦ ਪਰਮੇਸ਼ਵਰ ਹੋ ਤੇ ਤੁਹਾਨੂੰ ਨਾਮ ਜਪਣ ਦੀ ਕੀ ਲੋੜ ਹੈ? ਗੁਰੂ ਅਮਰਦਾਸ ਜੀ ਨੇ ਉੱਥੇ ਇੱਕ ਕਿਰਪਾ ਕੀਤੀ ਸੀ, ਬਖਸ਼ਿਸ਼ ਭਰਿਆ ਬਚਨ ਕਿਹਾ। ਮਹਾਰਾਜ ਕਹਿੰਦੇ ਆ, ਕਹਿਣ ਲੱਗੇ ਫਕੀਰ ਸਾਈਂ, ਜੇ ਕੋਈ ਮਨੁੱਖ ਪਹਾੜ ਨੂੰ ਖੋਦਣ ਤੁਰ ਪਏ ਤੇ ਉਹ ਪਹਾੜ ਦਾ ਇੱਕ ਕਿਨਾਰਾ ਇੱਕ ਨੁਕਰਾ ਭੰਨੇ, ਤੇ ਇੱਕ ਕਿਨਾਰਾ ਭੰਨਣ ਤੇ ਉਹਨੂੰ ਕੀਮਤੀ ਰਤਨ ਕੀਮਤੀ ਖਜ਼ਾਨਾ ਲੱਭ ਜਾਏ, ਸਿਆਣਾ ਪੁਰਸ਼ ਉਹ ਹੁੰਦਾ ਜਿਹੜਾ ਪੂਰੇ ਦਾ ਪੂਰਾ ਪਹਾੜ ਹੀ ਖੋਦ ਮਾਰੇ। ਜਿਹਨੂੰ ਇੱਕ ਕਿਨਾਰਾ ਭੰਨਣ ਤੇ ਕੀਮਤੀ ਖਜ਼ਾਨਾ ਕੀਮਤੀ ਰਤਨ ਹੀਰੇ ਮਿਲ ਗਏ, ਸਿਆਣਾ ਪੁਰਸ਼ ਉਹ ਹੁੰਦਾ ਜਿਹੜਾ ਪੂਰਾ ਪਹਾੜ ਖੋਦ ਮਾਰੇ। ਸੱਚ ਜਾਣੀ ਇਸ ਨਾਮ ਦੀ, ਇਸ ਸੇਵਾ ਦੀ ਬਦੌਲਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਿਰਪਾ ਵਰਤੀ ਹੈ, ਤੇ ਅਸੀਂ ਇਸ ਨਾਮ ਦਾ ਪੱਲਾ ਕਿਵੇਂ ਛੱਡ ਸਕਦੇ ਹਾਂ? ਮਹਾਰਾਜ ਨੇ ਬਚਨ ਵਰਤਿਆ। ਇੱਥੇ ਸਤਿਗੁਰੂ ਨੇ ਕਿਹਾ, ਭਾਈ ਜਪ ਮਨ ਮੇਰੇ ਤੂੰ ਏਕੋ ਨਾਮ, ਨਾਮ ਹੋਰ ਨਹੀਂ, ਇੱਕ ਪਰਮਾਤਮਾ ਦਾ ਨਾਮ ਜਪ। ਤੇ ਮੈਂ ਬੇਨਤੀ ਤੁਹਾਨੂੰ ਕਰਾਂਗਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਜੀ ਇੱਕ ਤਾਂ 6 ਉਦਾਹਰਨਾਂ ਦਿੱਤੀਆਂ। ਭਾਈ ਸਾਹਿਬ ਕਹਿੰਦੇ ਆ, ਸਿੱਖ ਜੇ ਜਪਦਾ ਹੈ, ਸਿੱਖ ਜੇ ਆਪਣਾ ਸਿਰ ਝੁਕਾਉਂਦਾ ਇੱਕ ਪਰਮਾਤਮਾ ਤੇ ਗੁਰੂ ਅੱਗੇ, ਉਹ ਗੁਰੂ ਪਰਮਾਤਮਾ ਨੂੰ ਛੱਡ ਕੇ ਬਾਹਰ ਨਹੀਂ ਜਾਂਦਾ। ਉਹਨਾਂ 6 ਉਦਾਹਰਨਾਂ ਦਿੱਤੀਆਂ। ਪਹਿਲਾ ਬਚਨ ਵਰਤਿਆ, ਕਹਿਣ ਲੱਗੇ ਇੱਕ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖੋਗੇ ਇੱਕ ਨਜ਼ਰ ਆਏਗਾ, ਪਰ ਸ਼ੀਸ਼ੇ 2 ਹੋਵਨ ਤੇ ਚਿਹਰਾ ਵੇਖੋਗੇ ਮਨੁੱਖ ਦੀਆਂ ਕਈ ਤਸਵੀਰਾਂ ਬਣ ਜਾਂਦੀਆਂ। ਫਿਰ ਬੇਨਤੀ ਨੂੰ ਸੁਣਿਓ, ਸ਼ੀਸ਼ੇ ਇੱਕ ਵਿੱਚ ਚਿਹਰਾ ਵੇਖਿਆ ਇੱਕ ਪ੍ਰਤੀਬਿੰਬ ਇੱਕ ਨਜ਼ਰ ਆਉਂਦਾ, ਤੇ ਜੇ ਕਿਤੇ 2-4 ਸ਼ੀਸ਼ੇ ਹੋਵਨ ਤੇ ਮਨੁੱਖ ਦੇ ਚਿਹਰੇ ਕਈ ਪ੍ਰਤੀਤ ਨਜ਼ਰ ਆਉਂਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਕਿਸੇ ਬੇੜੀ ਵਿੱਚ ਬੈਠ ਕੇ ਨਦੀ ਪਾਰ ਕਰਨੀ ਹੋਵੇ, ਜਿਹੜਾ ਮਨੁੱਖ ਇੱਕ ਬੇੜੀ ਦਾ ਸਹਾਰਾ ਲਏ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ, ਉਹ ਨਦੀ ਨੂੰ ਪਾਰ ਕਰ ਸਕਦਾ ਹੈ। ਤੇ ਕੋਈ ਬੰਦਾ 2 ਬੇੜੀਆਂ ਵਿੱਚ ਪੈਰ ਰੱਖ ਲੇ, ਉਹ ਡੁੱਬ ਤੇ ਜਾਏਗਾ ਪਰ ਬੇੜੀ ਤੇ ਪਾਰ ਨਹੀਂ ਲੰਘ ਸਕੇਗਾ। ਭਾਈ ਸਾਹਿਬ ਨੇ ਤੀਸਰਾ ਵਚਨ ਵਰਤਿਆ, ਕਹਿਣ ਲੱਗੇ ਕੋਈ ਮਨੁੱਖ ਦੁਰਾਹੇ ਵਿੱਚ ਖਲੋਤਾ ਹੋਵੇ, ਇੱਕ ਰਸਤੇ ਜਾ ਰਿਹਾ, ਅਗਾਂਹ 2 ਰਸਤੇ ਹੋ ਗਏ, ਤੇ ਜੇ ਮਨ ਵਿੱਚ ਦੁਚਿੱਤੀ ਪਾ ਲਵੇ ਵੀ ਮੇਰਾ ਰਸਤਾ ਆ ਹੈ ਜਾਂ ਆ ਹੈ, ਸਤਿਗੁਰੂ ਕਹਿਣ ਲੱਗੇ ਭੁਲੇਖੇ ਵਿੱਚ ਪੈ ਜਾਏਗਾ। ਭਾਈ ਸਾਹਿਬ ਕਹਿੰਦੇ ਆ, ਪਰ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚੇਗਾ। ਚੌਥਾ ਬਚਨ ਵਰਤਿਆ, ਕਹਿਣ ਲੱਗੇ ਕੋਈ ਮਨੁੱਖ ਚਿੱਕੜ ਵਿੱਚ ਗਾਰੇ ਵਿੱਚ ਧੱਸ ਜਾਏ, ਆਪਣੇ ਤੋਂ ਬਾਹਰ ਨਾ ਨਿਕਲਿਆ ਜਾਏ, ਬਾਹਰ ਨਿਕਲਣ ਦੇ ਲਈ ਕਿਸੇ ਨੂੰ ਬਾਂਹ ਪਕੜਾਏ,
ਇੱਕ ਸੱਜੇ ਬਾਹ ਪਕੜਾ ਦੇ, ਇੱਕ ਖੱਬੇ ਬਾਹ ਪਕੜਾਏ, ਸੱਜੇ ਵਾਲਾ ਵੀ ਬਾਹ ਖਿੱਚੇ, ਖੱਬੇ ਵਾਲਾ ਵੀ ਬਾਹ ਖਿੱਚੇ, ਉਹ ਚਿੱਕੜ ਵਿੱਚੋਂ ਨਿਕਲੇਗਾ ਨਹੀਂ। ਸਾਚੇ ਭਾਈ ਸਾਹਿਬ ਕਹਿਣ ਲੱਗੇ ਬਾਹ ਟੁੱਟ ਜਾਣਗੀਆਂ ਪਰ ਬਾਹਰ ਨਹੀਂ ਨਿਕਲ ਸਕਦਾ। ਬਾਹਰ ਨਿਕਲਣੇ ਇੱਕ ਪਾਸੇ ਬਾਹ ਪਕੜਾਉਣੀ ਪਏਗੀ। ਅਗਲਾ ਬਚਨ ਵਰਤਿਆ। ਭਾਈ ਸਾਹਿਬ ਕਹਿੰਦੇ ਆ ਇੱਕ ਨਗਰ ਦੇ, ਇੱਕ ਪਿੰਡ ਦੇ ਦੋ ਰਾਜੇ ਹੋਵਨ, ਦੋ ਚੌਧਰੀ ਹੋਵਨ, ਉਹ ਪਿੰਡ ਦਾ ਭਲਾ ਨਹੀਂ ਕਰ ਸਕਦੇ, ਉਹ ਆਪਸ ਵਿੱਚ ਈਰਖਾ ਕਰੀ ਜਾਣਗੇ। ਅਗਲਾ ਬਚਨ ਵਰਤਿਆ। ਕਹਿਣ ਲੱਗੇ ਇੱਕ ਪਤੀ ਵਰਤਾ ਇਸਤਰੀ ਹੋਵੇ ਚੰਗੇ ਪਰਿਵਾਰ ਦੀ, ਸੱਚ ਜਾਣੋ ਇੱਕ ਇਸਤਰੀ ਦੇ ਦੋ ਪਤੀ ਹੋਵਨ, ਉਹ ਸੁਹਾਗਵਤੀ ਨਹੀਂ ਕਹਾ ਸਕਦੀ, ਉਹ ਧਰਮੀ ਨਹੀਂ ਕਹਾ ਸਕਦੀ। ਭਾਈ ਸਾਹਿਬ ਨੇ ਇੰਨੇ ਬਚਨ ਵਰਤ ਕੇ ਤੇ ਅਗਲਾ ਫਿਰ ਬਚਨ ਵਰਤਿਆ। ਕਹਿਣ ਲੱਗੇ ਜਿਵੇਂ ਚੇਤਾ ਰੱਖੋ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਪਾਰ ਨਹੀਂ ਲੰਘ ਸਕਦਾ, ਦੋ ਸ਼ੀਸ਼ਿਆਂ ਵਿੱਚ ਮੁੱਖ ਦੇਖਣ ਵਾਲਾ ਕਈ ਚਿਹਰੇ ਬਣ ਜਾਂਦੇ ਆ। ਭਾਈ ਸਾਹਿਬ ਕਹਿਣ ਲੱਗੇ ਚਿੱਕੜ ਵਿੱਚ ਧਸਿਆ ਹੋਇਆ ਬੰਦਾ ਦੋਨੋਂ ਪਾਸੋਂ ਬਾਹ ਪਕੜਾਏ ਬਾਹ ਟੁੱਟ ਸਕਦੀਆਂ, ਉਹ ਬਾਹਰ ਨਹੀਂ ਨਿਕਲ ਸਕਦਾ। ਦੁਰਾਹੇ ਵਿੱਚ ਖਲੋ ਕੇ ਦੁਚਿੱਤੀ ਵਿੱਚ ਪਿਆ ਬੰਦਾ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਇੱਕ ਇਸਤਰੀ ਦੇ ਦੋ ਪਤੀ ਹੋਵਨ, ਉਹ ਆਪਣੇ ਆਪ ਨੂੰ ਸੁਹਾਗਵਤੀ ਤੇ ਆਪਣੇ ਆਪ ਨੂੰ ਸੁਭਾਗਾ ਨਹੀਂ ਸਮਝੇਗੀ। ਭਾਈ ਸਾਹਿਬ ਨੇ ਇੰਨੇ ਉਦਾਹਰਨ ਦੇ ਕੇ ਕਿਹਾ। ਕਹਿਣ ਲੱਗੇ ਗੁਰੂ ਕਾ ਸਿੱਖ ਆਪਣੇ ਗੁਰੂ ਪਰਮਾਤਮਾ ਨੂੰ ਛੱਡ ਕੇ, ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਤੇ ਹੋਰ ਥਾਵਾਂ ਤੇ ਆਪਣੇ ਮੱਥੇ ਟੇਕੀ ਜਾਏ, ਹੋਰ ਥਾਵਾਂ ਤੇ ਜਾਈ ਜਾਏ, ਸੱਚ ਜਾਣੋ ਉਹ ਜਮਾਂ ਦੀ ਮਾਰ ਸਹਿੰਦਾ, ਉਹ ਪਰਮਾਤਮਾ ਦੇ ਦਰ ਕਦੀ ਪ੍ਰਵਾਨ ਨਹੀਂ ਹੁੰਦਾ। ਭਾਈ ਸਾਹਿਬ ਨੇ ਬਚਨ ਵਰਤੇ। ਭਾਈ ਸਾਹਿਬ ਕਹਿੰਦੇ ਆ ਦੋਏ ਦਰਪਣ ਦੇਖੈ ਏਕ ਮੈਂ ਅਨੇਕ ਰੂਪ, ਦੋਏ ਨਾਭ ਪਾਵ ਧਰੈ ਪਹੁੰਚੈ ਨ ਪਾਰ ਹੈ, ਦੋਏ ਦਿਸ਼ਾ ਗਏ ਗਹਾਏ ਸਹਿ ਹਾਥ ਪਾਉ ਟੂਟੇ, ਦੁਰਾਹੇ ਦੋ ਚਿਤ ਹੋਏ ਧੂਲ ਪਗ ਤਾਰ ਹੈ। ਫਿਰ ਬਚਨ ਵਰਤਿਆ ਦੋਏ ਭੂਪ ਤਾਕੋ ਗਾਓ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਕੁਲਾ ਬਧੂ ਨਾਰ ਹੈ। ਕਹਿਣ ਲੱਗੇ ਤੈਸੇ ਗੁਰ ਸਿੱਖ ਆਨ ਦੇਵ ਸੇਵ ਟੇਵ ਗਹਿ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਸਿੱਖ ਆਪਣੇ ਗੁਰੂ ਦਾ ਪੱਲਾ ਛੱਡ ਕੇ ਬਾਹਰ ਭਟਕੇ ਉਹ ਜਮਾਂ ਦੀ ਮਾਰ ਸਹਿੰਦੇ, ਰੱਬੀ ਦਰ ਪ੍ਰਵਾਨ ਨਹੀਂ ਹੁੰਦਾ। ਮਹਾਰਾਜ ਜੀ ਤਾਂ ਇੱਥੇ ਕਹਿ ਰਿਹਾ। ਕਹਿਣ ਲੱਗੇ ਜਪ ਮਨ ਮੇਰੇ ਤੂੰ ਏਕੋ ਨਾਮ ਹੈ ਭਾਈ, ਤੂੰ ਇੱਕ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ। ਸਤਿਗੁਰ ਦੀਆ ਮੋਕੋ ਇਹੋ ਨਿਧਾਨ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਗੁਰੂ ਨੇ ਤੈਨੂੰ ਇਹ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ, ਤੈਨੂੰ ਬਖਸ਼ਿਸ਼ ਕਰਕੇ ਇਹ ਕੀਮਤੀ ਨਾਮ ਦਾ ਖਜ਼ਾਨਾ ਤੇਰੀ ਝੋਲੀ ਵਿੱਚ ਪਾਇਆ। ਨਾਮ ਦਾ ਖਜ਼ਾਨਾ ਤੈਨੂੰ ਬਖਸ਼ਿਆ, ਤੂੰ ਨਾਮ ਵਿੱਚ ਆਪਣੀ ਸੁਰਤ ਨੂੰ ਜੋੜ। ਤੇ ਸਤਿਗੁਰੂ ਦੀ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਸਿੱਖ ਲਈ ਗੁਰਬਾਣੀ ਨਾਮ ਹੀ ਖਜ਼ਾਨਾ ਹੈ। ਬਚਨ ਪੜ੍ਹਦੇ ਹਾਂ ਹਮ ਤਨਵੰਤ ਭਾਗਤ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਕਹਿਣ ਲੱਗੇ ਇਹ ਗੁਰੂ ਦਾ ਖਜ਼ਾਨਾ ਸਤਿਗੁਰੂ ਨੇ ਤੇਰੀ ਝੋਲੀ ਵਿੱਚ ਨਾਮ ਪਾਇਆ ਹੈ। ਰਹਾਉ ਸਿੱਧਾ ਕੇ ਆਸਨ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਸਤਿਗੁਰੂ ਗੁਰੂ ਅਮਰਦਾਸ ਜੀ ਰਹਾਉ ਸ਼ਬਦ ਕਹਿ ਕੇ ਅੱਗੇ ਬਚਨ ਵਰਤਦੇ ਆ। ਕਹਿਣ ਲੱਗੇ ਸਿੱਧਾ ਕੇ ਆਸਨ ਜੇ ਸਿੱਖੈ, ਸਿੱਖੈ ਦਾ ਅਰਥ ਹੈ ਕੋਈ ਸਿੱਖ ਲਏ। ਜੇ ਕੋਈ ਸਿੱਧਾਂ ਵਾਲੇ, ਸਿੱਧ ਦਾ ਅਰਥ ਹੁੰਦਾ ਪੁੱਗੇ ਹੋਏ ਜੋਗੀ। ਜੇ ਕਿ ਜੋਗੀਆਂ ਵਾਲੇ, ਕਰਾਮਾਤਾ ਕਰਨ ਵਾਲੇ, ਜੇ ਕੋਈ ਆਸਨ ਸਿੱਖ ਲਏ, ਇੰਦਰੀ ਵਸ ਕਰ ਕਮਾਏ, ਤੇ ਉਹਨਾਂ ਜੋਗੀਆਂ ਦੀ ਤਰ੍ਹਾਂ, ਸਿੱਧਾਂ ਦੀ ਤਰ੍ਹਾਂ ਕੋਈ ਆਪਣੇ ਇੰਦਰੀਆਂ ਨੂੰ ਵਸ ਕਰਨ ਦਾ ਯਤਨ ਕਰੇ। ਫਿਰ ਬੇਨਤੀ ਨੂੰ ਸੁਣਿਓ। ਆਪ ਜੀ ਨੂੰ ਪਤਾ ਹੈ ਸਿੱਧਾਂ ਦਾ, ਜੋਗੀਆਂ ਦਾ ਲਿਬਾਸ ਆਪਣੇ। ਉਹਨਾਂ ਨੇ ਜੀ ਖਿੰਥਾ ਗੋਦੜੀ ਕੋਲ ਰੱਖਣੀ, ਡੰਡਾ ਕੋਲ ਰੱਖਣਾ, ਕੰਨਾਂ ਵਿੱਚ ਮੁੰਦਰਾ ਪਾਉਣੀਆਂ, ਫਿਰ ਤਨ ਤੇ ਸੁਭਾਅ ਮਿਲਣੀ, ਫਿਰ ਇਸੇ ਤਰ੍ਹਾਂ ਡੰਡਾ ਹੱਥ ਵਿੱਚ ਪਕੜ ਕੇ ਰੱਖਣਾ। ਇੱਥੋਂ ਤੱਕ ਸਿੰਗੀ ਆਪਣੇ ਕੋਲ ਰੱਖਦੇ ਸਨ ਸਾਜ਼ ਵਜਾਉਣ ਦੇ ਲਈ। ਤੇ ਫਿਰ ਉਹਨਾਂ ਨੇ ਤਾੜੀ ਲਾ ਕੇ ਬਹਿਣਾ। ਤਾੜੀ ਦਾ ਅਰਥ ਸਮਾਧੀ ਲਾ ਕੇ ਬਹਿਣਾ, ਚੁੱਪ ਧਾਰਨ ਕਰ ਲੈਣਾ। ਇੱਕ ਨਾਸਕਾਂ ਰਾਹੀਂ ਸਵਾਸ ਚੜਾਉਣਾ, ਦੂਸਰੇ ਲਈ ਲਾਉਣਾ, ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਕਰਮ ਕਰਨੇ।
ਸਤਿਗੁਰੂ ਕਹਿਣ ਲੱਗੇ ਇਹ ਜਿਹੜੇ ਸਿੱਧਾਂ ਦੇ ਕਰਮ ਨੇ, ਸਿੱਧਾਂ ਦਾ ਲਿਬਾਸ, ਸਿੱਧਾਂ ਦਾ ਜਿਹੜਾ ਆਸਨ ਹੈ, ਜੇ ਕੋਈ ਮਨੁੱਖ ਸਿੱਧਾਂ ਕੇ ਆਸਨ ਜੇ ਸਿੱਖੈ, ਸਿੱਧਾਂ ਵਾਲੇ ਆਸਨ ਸਿੱਖ ਲਵੇ, ਇੰਦਰੀ ਵਸ ਕਰ ਕਮਾਏ। ਜਿਵੇਂ ਉਹ ਯਤਨ ਕਰਦੇ ਨੇ ਆਪਣੇ ਇੰਦਰੀਆਂ ਨੂੰ ਵਸ ਕਰਨ ਦੇ ਲਈ, ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਮਹਾਰਾਜ ਕਹਿੰਦੇ ਸਿੱਧਾਂ ਦੇ ਆਸਨਾਂ ਦੇ ਨਾਲ ਸਾਚੇ ਵੇ ਅੰਦਰ ਦੀ ਮੈਲ ਨਹੀਂ ਉਤਰਦੀ। ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਤੇ ਅੰਦਰ ਦਾ ਜਿਹੜਾ ਅਹੰਕਾਰ ਹੈ, ਮਹਾਰਾਜ ਕਹਿਣ ਲੱਗੇ ਸਿੱਧਾਂ ਦੇ ਕਰਮਾਂ ਨਾਲ ਕਦੀ ਨਹੀਂ ਮਰਦਾ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਅੰਦਰ ਦਾ ਅਹੰਕਾਰ ਗੁਰੂ ਦੀ ਕਿਰਪਾ, ਗੁਰੂ ਕੇ ਬਖਸ਼ੇ ਗਿਆਨ ਨਾਲ, ਗੁਰੂ ਕੀ ਦਿੱਤੇ ਨਾਮ ਨਾਲ ਮਰਦਾ ਹੈ। ਮੈਂ ਸੰਖੇਪ ਤੁਹਾਨੂੰ ਸਾਖੀ ਵਿਖਿਆਨ ਕਰਾਂ। ਸੰਗਲਾ ਦੀਪ ਦੀ ਧਰਤੀ ਤੇ ਸ਼ਿਵਨਾਥ ਬਾਦਸ਼ਾਹ ਰਹਿੰਦਾ। ਉਂਝ ਆਪ ਜੀ ਚੇਤਾ ਰੱਖਿਓ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਮਲਸੀਆਂ ਦਾ ਰਹਿਣ ਵਾਲਾ ਭਾਈ ਭਗੀਰਥ ਆਇਆ ਸੀ। ਭਾਈ ਭਗੀਰਥ ਨੇ ਸਿੱਖੀ ਧਾਰਨ ਕੀਤੀ ਸੁਲਤਾਨਪੁਰ ਸਾਹਿਬ। ਭਾਈ ਭਗੀਰਥ ਤੋਂ ਗੁਰੂ ਦਾ ਉਪਦੇਸ਼ ਸੁਣਿਆ ਮਨਸੁਖ ਵਪਾਰੀ ਨੇ, ਲਾਹੌਰ ਦੇ ਨੇ। ਤੇ ਮਨਸੁਖ ਵਪਾਰੀ ਗੁਰੂ ਚਰਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਆਇਆ। ਉਹਨੇ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਮਾਣੀਆਂ। ਮਨਸੁਖ ਵਪਾਰੀ ਦਾ ਵਪਾਰ ਚੱਲਦਾ ਸੀ ਸੰਗਲਾ ਦੀਪ ਦੇ ਬਾਦਸ਼ਾਹ ਸ਼ਿਵਨਾਥ ਨਾਲ। ਜਦੋਂ ਸ਼ਿਵਨਾਥ ਨਾਲ ਮਿਲਾਪ ਹੋਇਆ, ਮਨਸੁਖ ਦਾ ਉਹਨੇ ਜੀਵਨ ਵੇਖਿਆ। ਉਹਨੇ ਕਿਹਾ ਤੇਰਾ ਜੀਵਨ ਬਦਲ ਗਿਆ, ਤੂੰ ਆਨੰਦ ਦੀ ਅਵਸਥਾ ਵਿੱਚ ਜਿਉਣ ਲੱਗ ਪਿਆ। ਤੇ ਮਨਸੁਖ ਨੇ ਕਿਹਾ ਸੀ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੀ ਹੈ। ਸ਼ਿਵਨਾਥ ਨੇ ਕਿਹਾ ਮੈਂ ਵੀ ਦੀਦਾਰ ਕਰਨਾ। ਮਨਸੁਖ ਨੇ ਕਿਹਾ ਗੁਰੂ ਅੰਤਰਜਾਮੀ ਹੈ, ਤੂੰ ਭਾਵਨਾ ਨਾਲ ਨਿਤ ਚੇਤਾ ਕਰੀ, ਗੁਰੂ ਤੈਨੂੰ ਜਾਣ ਦੀ ਲੋੜ ਨਹੀਂ, ਇੱਥੇ ਆ ਕੇ ਹੀ ਦੀਦਾਰ ਬਖਸ਼ਣਗੇ। ਮੈਂ ਫਿਰ ਬੇਨਤੀ ਕਰਾਂ, ਨਿਤ ਸ਼ਿਵਨਾਥ ਅਰਦਾਸ ਕਰਦਾ। ਅੱਜ ਸਤਿਗੁਰੂ ਗਏ ਨੇ, ਚਲੋ ਪਹਿਲਾਂ ਉਹਨੇ ਪਰਖ ਵੀ ਕੀਤੀ, ਪਰ ਸਤਿਗੁਰੂ ਨੇ ਉੱਥੇ ਵੀ ਰੱਬੀ ਉਪਦੇਸ਼ ਬਖਸ਼ਿਆ। ਸ਼ਿਵਨਾਥ ਦੇ ਕੋਲ ਗਏ, ਸ਼ਿਵਨਾਥ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਇੱਕ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ, ਮੈਨੂੰ ਨਿਰੰਕਾਰ ਪ੍ਰਮਾਤਮਾ ਨਾਲ ਜੋੜ ਦਿਓ। ਸਤਿਗੁਰੂ ਨੇ ਹੱਸ ਕੇ ਇੱਕ ਬਚਨ ਕਿਹਾ, ਕਹਿਣ ਲੱਗੇ ਸ਼ਿਵਨਾਥ ਬਾਦਸ਼ਾਹ ਹੈ, ਤੂੰ ਭੇਟ ਕੀ ਕਰੇਗਾ? ਕਹਿਣ ਲੱਗਿਆ ਮਹਾਰਾਜ ਮੇਰਾ ਰਾਜ ਪੱਗ ਅੱਜ ਤੋਂ ਬਾਅਦ ਤੁਹਾਡਾ ਹੈ। ਮਹਾਰਾਜ ਕਹਿਣ ਲੱਗੇ ਇਹ ਤੇ ਤੇਰੇ ਤੋਂ ਪਹਿਲਾਂ ਕਈ ਦਾਅਵਾ ਕਰਨ ਵਾਲੇ ਸਨ, ਰਾਜ ਭਾਗ ਤੇ ਉਹਨਾਂ ਦਾ ਨਹੀਂ ਬਣਿਆ, ਕੋਈ ਆਪਣੀ ਚੀਜ਼ ਭੇਟਾ ਕਰ। ਉਹਨੇ ਕਿਹਾ ਮਹਾਰਾਜ ਮੇਰਾ ਤਨ ਤੁਹਾਡਾ ਹੈ। ਸਤਿਗੁਰੂ ਕਹਿੰਦੇ ਤਨ ਤੇ ਮੜੀਆਂ ਵਿੱਚ ਜਾਏਗਾ, ਕਬਰ ਵਿੱਚ ਜਾਏਗਾ, ਕੁਝ ਹੋਰ ਭੇਟਾ ਕਰ। ਕਹਿਣ ਲੱਗਿਆ ਮਹਾਰਾਜ ਮੇਰਾ ਮਨ ਤੁਹਾਡਾ ਹੈ। ਸਤਿਗੁਰੂ ਕਹਿਣ ਲੱਗੇ ਤੇਰਾ ਮਨ ਤੇਰੇ ਕੋਲ ਨਹੀਂ ਖਲੋਂਦਾ, ਕੁਝ ਹੋਰ ਭੇਟਾ ਕਰ। ਤੇ ਸ਼ਿਵਨਾਥ ਸਤਿਗੁਰਾਂ ਦੇ ਚਰਨਾਂ ਤੇ ਟਹਿ ਪਿਆ। ਕਹਿਣ ਲੱਗਿਆ ਸਤਿਗੁਰੂ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਭੇਟ ਕਰਾਂ। ਗੁਰੂ ਨਾਨਕ ਸਾਹਿਬ ਨੇ ਉੱਥੇ ਇੱਕ ਬਚਨ ਵਰਤਿਆ ਸੀ। ਮਹਾਰਾਜ ਕਹਿੰਦੇ ਸ਼ਿਵਨਾਥ ਆ ਜਿਹੜਾ ਵਾਰ-ਵਾਰ ਤੂੰ ਸ਼ਬਦ ਵਰਤਦੇ ਨਾ, ਮੇਰਾ ਰਾਜ ਭਾਗ, ਮੇਰਾ ਤਨ, ਮੇਰਾ ਮਨ, ਸਾਚੇ ਵੇ ਇਹ ਅੰਦਰ ਦੀ ਹਉ, ਇਹ ਅੰਦਰ ਦੀ ਹਉਮੈ, ਅੰਦਰ ਦਾ ਅਹੰਕਾਰ ਮੈਨੂੰ ਭੇਟ ਕਰ ਦੇ। ਬਸ ਅਹੰਕਾਰ ਗੁਰੂ ਨੂੰ ਭੇਟ ਕਰਨ ਦੀ ਦੇਰ ਗੁਰੂ ਨਿਰੰਕਾਰ ਦੇ ਚਰਨਾਂ ਵਿੱਚ ਜੋੜ ਦਿੰਦਾ ਹੈ। ਮਹਾਰਾਜ ਨੇ ਕਿਹਾ ਅਹੰਕਾਰ ਹੀ ਤੇ ਹੈ ਜਿਹੜਾ ਨਿਰੰਕਾਰ ਤੋਂ ਸਾਨੂੰ ਵਾਂਝਾ ਰੱਖਦਾ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਵੇਖੋ ਗੁਰੂ ਅਮਰਦਾਸ ਜੀ ਦੇ ਦਰ ਤੇ 4 ਗੁਰੂ ਕੇ ਸਿੱਖ ਆਏ, ਭਾਈ ਗੋਪੀ ਦਾਸ ਜੀ, ਭਾਈ ਮੋਹਨ ਚੰਦ ਜੀ, ਸਤਿਗੁਰੂ ਦੇ ਦਰ ਭਾਈ ਰਾਮੂ ਜੀ ਤੇ ਭਾਈ ਅਮਰੂ ਜੀ। 4 ਸਿੱਖ ਆਏ। ਇਹਨਾਂ ਆ ਕੇ ਕਿਹਾ ਮਹਾਰਾਜ ਇੱਕ ਕਿਰਪਾ ਕਰੋ, ਤੁਹਾਡੀ ਕਿਰਪਾ ਨਾਲ ਨਾਮ ਜਪੀਦਾ, ਧਰਮ ਨੂੰ ਕਮਾਉਣ ਦਾ ਯਤਨ ਕਰਨੇ ਆ, ਪਰ ਸਤਿਗੁਰੂ ਅੰਦਰ ਦੀ ਹੰਗਤਾ ਨਹੀਂ ਮਰਦੀ, ਅੰਦਰ ਦਾ ਅਹੰਕਾਰ ਨਹੀਂ ਮਰਦਾ। ਮਹਾਰਾਜ ਇਹ ਰਸਤੇ ਵਿੱਚ ਰੁਕਾਵਟ ਬਣ ਗਿਆ। ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਕਹਿਣ ਲੱਗੇ ਵਿਕਾਰਾਂ ਦੀ ਜੜ ਸਭ ਤੋਂ ਮੂਲ ਹੈ ਜੋ ਅਹੰਕਾਰ ਹੀ ਤੇ ਹੈ, ਇਹੀ ਤੇ ਹੈ ਜਿਹੜਾ ਨਿਰੰਕਾਰ ਨਾਲ ਜੁੜ ਨਹੀਂ ਦਿੰਦਾ। ਸਤਿਗੁਰੂ ਨਿਰਮਲ ਉਪਦੇਸ਼ ਬਖਸ਼ੋ। ਮਹਾਰਾਜ ਨੇ ਉੱਥੇ 2-3 ਬਚਨ ਕਹੇ। ਕਹਿਣ ਲੱਗੇ ਪਹਿਲੀ ਗੱਲ, ਜੇ ਅਹੰਕਾਰ ਨੂੰ ਮਾਰਨਾ ਆਪਣੇ ਤਨ ਨੂੰ ਨਾਸ਼ਵੰਤ ਸਮਝ ਲਵੋ। ਇਹ ਗੱਲ ਦਾ ਹਮੇਸ਼ਾ ਚੇਤਾ ਰੱਖੋ। ਇਹ ਤਨ
ਨਾਸ਼ਵੰਤ ਹੈ, ਇਹਨੇ ਨਾਸ਼ ਹੋਣਾ। ਦੂਸਰਾ ਬਚਨ ਵਰਤਿਆ, ਮਹਾਰਾਜ ਕਹਿਣ ਲੱਗੇ ਖੁਦ ਗਰਜੀ ਤਿਆਗ ਦਿਓ, ਖੁਦ ਦੀ ਗੱਲ ਤਿਆਗ ਕੇ ਖੁਦਾ ਦੇ ਚਰਨਾਂ ਵਿੱਚ ਜੁੜੋ। ਤੇ ਤੀਜਾ ਬਚਨ ਵਰਤਿਆ, ਜਦੋਂ ਕੋਈ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਨਿਮਰਤਾ ਵਿੱਚ ਰਹਿ ਕੇ, ਅਰਦਾਸ ਦੀ ਬਦੌਲਤ ਸਿੱਖ ਦੀ ਝੋਲੀ ਵਿੱਚ ਗੁਰੂ ਨਾਨਕ ਸਾਹਿਬ ਤਰੁੱਠ ਕੇ ਨਾਮ ਪਾਉਂਦੇ ਨੇ। ਜਿਵੇਂ ਜਿਵੇਂ ਕੋਈ ਨਾਮ ਜਪਦਾ ਉਹ ਅੰਦਰ ਦੇ ਅਹੰਕਾਰ ਨੂੰ ਮਾਰ ਕੇ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ। ਮਹਾਰਾਜ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਆ ਸੀ। ਇੱਥੇ ਬਚਨ ਵਰਤਿਆ ਜੀ, ਕਹਿਣ ਲੱਗੇ ਭਾਈ ਇਹ ਸਿੱਧਾਂ ਦੇ ਕਰਮਾਂ ਦੇ ਨਾਲ, ਸਿੱਧਾਂ ਦੇ ਆਸਨਾਂ ਨਾਲ ਮਨ ਦੀ ਮੈਲ ਨਹੀਂ ਉਤਰਨੀ ਹੈ। ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਨ ਸਤਿਗੁਰ ਕੀ ਸਰਨਾਏ। ਫਿਰ ਗੁਰੂ ਅਮਰਦਾਸ ਜੀ ਨੂੰ ਪੁੱਛਿਆ, ਮਹਾਰਾਜ ਜੇ ਸਿੱਧਾਂ ਦੇ ਆਸਨਾਂ ਨਾਲ ਨਹੀਂ ਫਿਰ ਕੀ ਕਰੀਏ? ਤੇ ਮਹਾਰਾਜ ਕਹਿੰਦੇ ਇਸ ਮਨ ਕੋ ਹੋਰ ਸੰਜਮ ਕੋ ਨਾਹੀ। ਸੰਜਮ ਦਾ ਅਰਥ ਕੋਈ ਉਪਰਾਲਾ ਉਦਮ। ਮਹਾਰਾਜ ਕਹਿਣ ਲੱਗੇ ਹੋਰ ਕੋਈ ਉਦਮ ਨਹੀਂ, ਬਿਨ ਸਤਿਗੁਰੂ ਕੀ ਸ਼ਰਨਾਏ। ਇੱਕ ਗੁਰੂ ਦੀ ਸ਼ਰਨ ਹੈ, ਕੋਈ ਗੁਰੂ ਦੀ ਸ਼ਰਨ ਲੈਂਦਾ, ਗੁਰੂ ਕਿਰਪਾ ਕਰਕੇ ਉਹਦੇ ਵਿਕਾਰਾਂ ਨੂੰ ਕੱਟ ਕੇ ਰੱਖ ਦਿੰਦਾ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਹੀ ਬਚਨ ਵਰਤੇ। ਉਹਨਾਂ ਨੇ ਕਈ ਬਚਨ ਕਹੇ, ਕਹਿਣ ਲੱਗੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ, ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ, ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਸਤਿਗੁਰ ਆਗੂ ਜਾਣੀਐ, ਬਾਹ ਪਕੜ ਅੰਦਲੇ ਉੰਧਿਆਰੇ। ਤੂੰ ਗੁਰੂ ਨੂੰ ਆਪਣਾ ਆਗੂ ਬਣਾ, ਗੁਰੂ ਤੇਰੇ ਅੰਦਰ ਦੇ ਅਹੰਕਾਰ, ਗੁਰੂ ਤੇਰੇ ਅੰਦਰ ਦੇ ਵਿਕਾਰਾਂ ਨੂੰ ਕੱਟ ਦੇਗਾ। ਗੁਰੂ ਤੋਂ ਬਿਨਾ ਹੋਰ ਕੋਈ ਸੰਜਮ ਤਰੀਕਾ ਨਹੀਂ ਹੈ। ਸਤਿਗੁਰ ਮਿਲਿਆ ਉਲਟੀ ਭਈ, ਕਹਿਣਾ ਕਿਛੂ ਨਾ ਜਾਏ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਜਦੋਂ ਗੁਰੂ ਮਿਲ ਪੈਂਦਾ ਹੈ ਨਾ, ਤੇ ਇੱਕ ਬਚਨ ਵਰਤਿਆ ਉਲਟੀ ਪਈ। ਉਲਟੀ ਪਈ ਦਾ ਅਰਥ ਗੁਰੂ ਫਿਰ ਮਤ ਨੂੰ ਉਲਟਾ ਦਿੰਦਾ ਹੈ। ਉਲਟਾ ਦੇਣ ਦਾ ਭਾਵ ਵਿਕਾਰਾਂ ਵਾਲੀ ਮਤ ਨੂੰ, ਸੰਸਾਰੀ ਮਤ ਨੂੰ ਉਲਟਾ ਕੇ ਰੱਬੀ ਨਾਮ ਨਾਲ ਜੋੜ ਕੇ ਤੇ ਉਹਨੂੰ ਇੱਕ ਨਾਮ ਰਸ ਵਿੱਚ ਲੀਨ ਕਰ ਦਿੰਦਾ। ਮਹਾਰਾਜ ਕਹਿਣ ਲੱਗੇ ਸਤਿਗੁਰ ਮਿਲਿਆ ਉਲਟੀ ਪਈ, ਕਹਿਣਾ ਕਿਛੂ ਨਾ ਜਾਏ। ਗੁਰੂ ਇੰਨੀ ਰਹਿਮਤ ਕਰ ਦਿੰਦਾ ਜਿਹਦੀ ਮਤ ਨੂੰ ਰੱਬੀ ਨਾਮ ਨਾਲ ਜੋੜਦੇ, ਉਹਦੇ ਸੰਬੰਧ ਵਿੱਚ ਫਿਰ ਕੁਝ ਵੀ ਨਹੀਂ ਕਿਹਾ ਜਾ ਸਕਦਾ। ਭਨਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ, ਗੁਰ ਕਾ ਸ਼ਬਦ ਫਿਰ ਜੀਵੈ ਕੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਆਖਦੇ ਆਪਣੇ ਦਰ ਤੋਂ ਬਖਸ਼ਿਸ਼ ਵਰਤਦੇ ਐ, ਇੱਕ ਵਾਰ ਕੋਈ ਆਪਣੇ ਆਪ ਨੂੰ ਗੁਰੂ ਕੇ ਸ਼ਬਦ ਵਿੱਚ ਮਾਰ ਦੇ, ਗੁਰੂ ਦੇ ਸ਼ਬਦ ਵਿੱਚ ਜੁੜ, ਉਂਝ ਮੈਂ ਤੁਹਾਨੂੰ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਜੀ ਪੜੋ। ਮਹਾਰਾਜ ਨੇ ਮੌਤ ਵੀ ਤਿੰਨ ਤਰ੍ਹਾਂ ਦੀ ਕਹੀ। ਇੱਕ ਤੇ ਕਿਹਾ ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇੱਕ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਭਾਈ ਸੋ ਮੂਆ ਜਿਸ ਮਨੋਂ ਵਿਸਾਰੇ, ਜਿਨੇ ਆਪਣੇ ਮਨ ਵਿੱਚੋਂ ਪਰਮਾਤਮਾ ਭੁਲਾਇਆ, ਉਹ ਵੀ ਮਹਾਰਾਜ ਕਹਿਣ ਲੱਗੇ ਆਤਮਿਕ ਤੌਰ ਤੇ ਮਰ ਚੁੱਕਾ ਹੈ, ਵਿਕਾਰਾਂ ਦੀ ਜ਼ਿੰਦਗੀ ਜਿਉਂਦਾ। ਤੇ ਤੀਸਰਾ ਇੱਕ ਬਚਨ ਵਰਤਿਆ ਬਾਬਾ ਸਾਹਿਬ ਨੇ। ਬਾਬਾ ਕਬੀਰ ਸਾਹਿਬ ਕਹਿੰਦੇ ਆ ਸੰਸਾਰ ਮਰਦਾ ਪਿਆ ਪਰ ਅੱਜ ਤੱਕ ਕਿਸੇ ਨੂੰ ਮਰਨਾ ਨਹੀਂ ਆਇਆ। ਹੈਰਾਨਗੀ ਦੀ ਗੱਲ, ਸਤਿਗੁਰੂ ਮਰਨ ਦਾ ਵੀ ਕੋਈ ਢੰਗ ਹੈ? ਮੈਂ ਕਈ ਵਾਰੀ ਬੇਨਤੀ ਆਖਣਾ ਗੁਰਮੁਖੋ, ਗੁਰੂ ਨਾਨਕ ਸਾਹਿਬ ਦਾ ਦਰ ਹੈ ਜਿਹੜਾ ਜਿਉਣ ਦੀ ਵੀ ਜਾਚ ਦੱਸਦਾ ਹੈ, ਤੇ ਗੁਰੂ ਨਾਨਕ ਸਾਹਿਬ ਦਾ ਦਰ ਹੈ ਜਿਹੜਾ ਸਿੱਖ ਨੂੰ ਕਹਿੰਦਾ ਆ ਪੁੱਤਰ ਮੈਂ ਤੈਨੂੰ ਮਰਨ ਦੀ ਵੀ ਜਾਚ ਦੱਸ ਦਿਆਂ। ਮਹਾਰਾਜ ਬਾਣੀ ਵਿੱਚ ਕਹਿੰਦੇ ਆ ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਸੰਸਾਰ ਮਰਦਾ ਪਿਆ, ਕਿਸੇ ਨੂੰ ਮਰਨਾ ਨਹੀਂ ਆਇਆ। ਪੁੱਛੋ ਮਹਾਰਾਜ ਕਿਹੜੀ ਮੌਤ ਮਰੀਏ? ਕਹਿਣ ਲੱਗੇ ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਇੱਕ ਵਾਰ ਪਰਮੇਸ਼ਵਰ ਦੇ ਨਾਮ ਵਿੱਚ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਜਪ ਕੇ ਆਪਣੇ ਆਪ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਮਾਰ ਦੇ, ਪਰਤ ਪਰਤ ਕੇ ਜੰਮਨ ਮਰਨ ਤੋਂ ਖਹਿੜਾ ਛੁੱਟ ਜਾਏਗਾ। ਇਹ ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇੱਥੇ ਗੁਰੂ ਅਮਰਦਾਸ ਜੀ ਨੇ ਕਿਹਾ ਭਾਈ
ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ ਹੈ, ਗੁਰੂ ਉਹਨੂੰ ਵਿਕਾਰਾਂ ਵਾਲੇ ਪਾਸੇ ਤੋਂ ਮਾਰ ਦਿੰਦਾ ਹੈ ਤੇ ਫਿਰ ਉਹਨੂੰ ਸ਼ਬਦ ਵਿੱਚ ਜਿਉਣ ਦੀ ਦਾਤ ਬਖਸ਼ਦਾ ਹੈ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਮਨੁੱਖ ਦੀ ਮਮਤਾ ਦੀ ਆਪਣਤ ਦੀ ਮੈਲ ਨੂੰ ਗੁਰੂ ਉਤਾਰ ਕੇ ਰੱਖ ਦਿੰਦਾ ਹੈ। ਤੇ ਜੋ ਆਰੰਭਤਾ ਵਿੱਚ ਕਿਹਾ ਸੀ ਨਾ, ਮਨ ਪਵਿੱਤਰ ਕਰਨਾ, ਕਹਿਣ ਲੱਗੇ ਜਦੋਂ ਗੁਰੂ ਚਰਨਾਂ ਵਿੱਚ ਕੋਈ ਜੁੜਦਾ ਹੈ, ਗੁਰੂ ਮਮਤਾ ਦੀ, ਵਿਕਾਰਾਂ ਦੀ, ਹਉ ਦੀ ਮੈਲ ਨੂੰ ਉਤਾਰ ਦਿੰਦਾ ਹੈ। ਤਨ ਕਰਕੇ ਤੇ ਸੁੱਚਿਆ ਹੁੰਦਾ, ਉਹਨੂੰ ਮਨ ਕਰਕੇ ਵੀ ਨਿਰਮਲ ਕਰ ਦਿੰਦਾ ਹੈ, ਉਹਨੂੰ ਮਨ ਕਰਕੇ ਵੀ ਗੁਰੂ ਪਵਿੱਤਰ ਕਰ ਦਿੰਦਾ ਹੈ। ਸਤਿਗੁਰੂ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਸੀ। ਆਓ ਜੋ ਲੜੀਵਾਰ ਸਤਿਗੁਰੂ ਦੀ 907 ਅੰਗ ਤੇ ਪਾਵਨ ਬਚਨ ਆਪ ਜੀ ਸ਼ਰਵਨ ਕਰਦੇ ਹੋ, ਉਸੇ ਲੜੀਵਾਰ ਸ਼ਬਦ ਨੂੰ ਗੁਰੂ ਕਿਰਪਾ ਦਾ ਸਦਕਾ ਵਿਚਾਰੀਏ ਜੀ। ਰਾਮ ਕਲੀ ਮਹੱਲਾ ਪਹਿਲਾ, ਓ ਹਠ ਹਸਤ ਮੜੀ ਕਰ ਛਾਇਆ, ਧਰਨ ਗਗਨ ਕਲ ਧਾਰੀ। ਰਾਮਕਲੀ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 907 ਅੰਗ ਤੇ ਸੁਭਾਏਮਾਨ ਹੈ। ਮਹਾਰਾਜ ਜੀ ਇੱਥੇ ਕਹਿੰਦੇ ਆ, ਕਹਿਣ ਲੱਗੇ ਆਓ ਹੱਥ ਹਸਤ ਮੜੀ ਕਰ ਛਾਇਆ। ਸਾਹਿਬ ਕਹਿਣ ਲੱਗੇ ਜਦੋਂ ਗੁਰੂ ਕਿਰਪਾ ਕਰਦਾ ਪ੍ਰਭੂ ਪਰਮਾਤਮਾ ਤੇ ਹਿਰਦੇ ਘਰ ਵਿੱਚ ਉਹ ਆਪਣਾ ਨਿਵਾਸ ਬਣਾ ਲੈਂਦਾ। ਕਿਵੇਂ ਕਿਰਪਾ ਵਰਤਾਉਂਦਾ? ਕਹਿਣ ਲੱਗੇ ਧਰਨ ਗਗਨ ਕਲ ਧਾਰੀ। ਧਰਨ ਦਾ ਅਰਥ ਧਰਤੀ, ਗਗਨ ਦਾ ਅਰਥ ਆਕਾਸ਼, ਕਲ ਦਾ ਅਰਥ ਪਰਮਾਤਮਾ ਦੀ ਸੱਤਾ। ਕਹਿਣ ਲੱਗੇ ਜਿਵੇਂ ਉਹ ਪਰਮਾਤਮਾ ਵਾਹਿਗੁਰੂ ਨੇ ਇਸ ਆਕਾਸ਼ ਤੇ ਇਸ ਧਰਤੀ ਨੂੰ ਆਪਣੀ ਸੱਤਾ ਨਾਲ, ਆਪਣੀ ਬਖਸ਼ਿਸ਼ ਨਾਲ, ਆਪਣੇ ਹੁਕਮ ਵਿੱਚ ਟਿਕਾਇਆ ਹੈ, ਜਿਹਦੇ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਗੁਰੂ ਕਿਰਪਾ ਕਰਦੇ ਨਾ, ਉਹਦੇ ਹਿਰਦੇ ਵਿੱਚ ਆਪਣਾ ਆਸਣ ਲਾ ਕੇ ਤੇ ਉਹਦੇ ਸਰੀਰ ਨੂੰ ਆਪਣਾ ਟਿਕਾਣਾ ਬਣਾ ਲੈਂਦਾ ਹੈ। ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤੋ। ਰਹਾਉ ਤੋਂ ਪਹਿਲਾਂ ਕਹਿੰਦੇ ਆ, ਕਹਿਣ ਲੱਗੇ ਹੇ ਸੰਤ ਜਨੋ, ਹੇ ਭਗਤ ਜਨੋ, ਗੁਰੂ ਜਦੋਂ ਵੀ ਕਿਸੇ ਨੂੰ ਤਾਰਦਾ ਹੈ, ਉਹਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਉਹਨੂੰ ਸ਼ਬਦ ਨਾਲ ਜੋੜਦਾ ਹੈ। ਤੇ ਸ਼ਬਦ ਐਸਾ ਜੋ ਗੁਰਬਾਣੀ ਗੁਰੂ ਦਾ ਸ਼ਬਦ ਹੈ। ਵੇਖੋ ਦੁਨਿਆਵੀ ਵੀ ਸ਼ਬਦ ਨੇ, ਪਰ ਸਤਿਗੁਰੂ ਦਾ ਸ਼ਬਦ ਐਸਾ ਹੈ ਜਦੋਂ ਕੋਈ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਗੁਰੂ ਉਹਨੂੰ ਤਾਰ ਦਿੰਦਾ ਹੈ। ਰਹਾਉ ਮਮਤਾ ਮਾਰ ਹੋਮੈ ਸੁਖ, ਤ੍ਰਿਭਵਨ ਜੋਤ ਤੁਮਾਰੀ। ਕਹਿਣ ਲੱਗੇ ਗੁਰੂ ਕਿਰਪਾ ਕਰ ਦਿੰਦਾ ਹੈ ਮਮਤਾ ਨੂੰ ਮਾਰ ਕੇ। ਮਮਤਾ ਦਾ ਅਰਥ ਹੁੰਦਾ ਆਪਣਤ, ਹਰ ਥਾਂ ਤੇ ਆਪਣਾ ਹੱਕ ਜਤਾਉਣਾ, ਆਪਣਤ ਕਰਨਾ। ਮਮਤਾ ਮਾਰ ਹਉਮੈ ਸੁਖ ਹੈ। ਗੁਰੂ ਮਨੁੱਖ ਦੇ ਅੰਦਰ ਦੀ ਅਹੰਕਾਰ ਨੂੰ ਸੁਕਾ ਦਿੰਦਾ, ਮਿਟਾ ਦਿੰਦਾ। ਤੇ ਫਿਰ ਅਗਲੀ ਜਿਹੜੀ ਕਿਰਪਾ ਵਰਤਦੀ ਏ, ਤ੍ਰੇ ਭਵਨ ਜੋਤ ਤੁਮਾਰੀ। ਤਿੰਨਾਂ ਭਵਨਾਂ ਵਿੱਚ, ਭਾਵ ਪੂਰੀ ਸ੍ਰਿਸ਼ਟੀ ਵਿੱਚ ਹਰ ਥਾਂ ਤੇ ਮਨੁੱਖ ਨੂੰ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ, ਜਿਹਨੂੰ ਬਾਣੀ ਨੇ ਕਿਹਾ ਇਹ ਪ੍ਰਤੀਤ ਹੋ ਜਾਂਦਾ ਹੈ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਚਰ ਚੀਟੀ ਭਾਜਨ ਹੈ, ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਜਿਹਨੂੰ ਬਾਣੀ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਤਿਗੁਰੂ ਨੇ ਬਚਨ ਵਰਤਿਆ, ਕਹਿਣ ਲੱਗੇ ਸਿੱਖ ਦੇ ਅੰਦਰ ਦੀ ਮਮਤਾ ਨੂੰ ਮਾਰ ਕੇ, ਅੰਦਰ ਦੇ ਅਹੰਕਾਰ ਨੂੰ ਸੁਕਾ ਕੇ ਗੁਰੂ ਕਿਰਪਾ ਕਰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਸਭ ਘਟਾਂ ਵਿੱਚ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਮਨਸਾ ਮਾਰ ਮਨ ਮਹਿ ਰਾਖੈ, ਸਤਿਗੁਰ ਸ਼ਬਦ ਵਿਚਾਰੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਮਨਸਾ ਮਾਰ, ਅਗਲਾ ਕਰਮ ਕਰਦਾ ਗੁਰੂ ਮਨ ਦੇ ਫੁਰਨਿਆਂ ਨੂੰ ਮਾਰ ਦਿੰਦਾ। ਫਿਰ ਅੱਗੇ ਬਚਨ ਵਰਤਿਆ, ਕਹਿਣ ਲੱਗੇ ਮਨੈ ਮੈਂ ਰਾਖੈ। ਇੱਕ ਫੁਰਨਿਆਂ ਨੂੰ ਮਾਰਦਾ, ਇੱਕ ਫੁਰਨਾ ਮਨ ਵਿੱਚ ਪੈਦਾ ਕਰ ਦਿੰਦਾ। ਮਹਾਰਾਜ ਉਹ ਕਿਹੜਾ ਫੁਰਨਾ? ਵਿਕਾਰਾਂ ਦੇ ਫੁਰਨਿਆਂ ਨੂੰ ਮਾਰ ਕੇ ਗੁਰੂ ਕਿਰਪਾ ਕਰਦਾ, ਮਨ ਦੇ ਅੰਦਰ ਪਰਮਾਤਮਾ ਦੇ ਨਾਮ ਜਪਣ ਦੇ ਫੁਰਨੇ ਪੈਦਾ ਕਰ ਦਿੰਦਾ, ਨਾਮ ਨੂੰ ਰੱਖ ਦਿੰਦਾ। ਸਤਿਗੁਰ ਸ਼ਬਦ ਵਿਚਾਰੀ। ਇਹ ਤਾਂ ਹੁੰਦਾ ਜਦੋਂ ਕੋਈ ਗੁਰੂ ਦੇ ਸ਼ਬਦ ਵਿੱਚ ਜੁੜ ਜਾਂਦਾ ਹੈ। ਸਿੰਘੀ ਸੁਰਤ ਅਨਾਹਦ ਵਾਜੈ, ਘਟ ਘਟ ਜੋਤ ਤੁਮਾਰੀ। ਸਤਿਗੁਰੂ ਮਹਾਰਾਜ ਇਹ ਜੋਗੀਆਂ ਨਾਲ ਵਿਚਾਰ ਕਰਦਿਆਂ, ਉਪਦੇਸ਼ ਦਿੰਦਿਆਂ ਕਹਿ ਰਹੇ ਨੇ,
ਮਹਾਰਾਜ ਕਹਿੰਦੇ ਜੋਗੀ ਸਿੰਘੀ ਸੁਰਤ ਅਨਾਹਦ ਵਾਜੈ, ਜੋਗੀ ਸਿੰਘੀ ਰੱਖਦੇ ਨੇ। ਇਹਨੂੰ ਸਿੰਘੀ ਤਾਂ ਕਿਹਾ ਜਾਂਦਾ ਹੈ, ਅਸਲ ਵਿੱਚ ਇਹ ਸਿੰਘ ਤੋਂ ਬਣੀ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਤੁਸੀਂ ਸਿੰਘੀ ਰੱਖਦੇ ਹੋ ਭਾਈ, ਸਿੱਖ ਜਿਹੜਾ ਗੁਰੂ ਚਰਨਾਂ ਵਿੱਚ ਜੁੜਨ ਵਾਲਾ ਹੈ, ਗੁਰੂ ਤੇ ਉਹਦੀ ਸੁਰਤ ਵਿੱਚ ਹੀ ਨਾਮ ਦੀ ਸਿੰਘੀ ਰੱਖ ਦਿੰਦਾ। ਨਾਮ ਦੀ ਜਦੋਂ ਸਿੰਘੀ ਰੱਖਦਾ, ਤੁਸੀਂ ਸਿੰਘੀ ਨਾਲ ਨਾਦ ਵਜਾਉਂਦੇ ਹੋ। ਮਹਾਰਾਜ ਕਹਿਣ ਲੱਗੇ ਸਿੱਖ ਦੇ ਹਿਰਦੇ ਅੰਦਰ ਫਿਰ ਰੱਬੀ ਨਾਮ ਦਾ ਅਨਾਹਦ ਨਾਦ, ਲਗਾਤਾਰ ਨਾਦ ਵੱਜਦਾ ਹੈ। ਘਟ ਘਟ ਜੋਤ ਤੁਮਾਰੀ, ਤੇ ਉਹਨੂੰ ਘਟ ਘਟ ਵਿੱਚ ਪਰਮੇਸ਼ਵਰ ਦੀ ਜੋਤ ਨਜ਼ਰ ਆਉਂਦੀ ਹੈ। ਪਰ ਪੰਚ ਬੇਨਤ ਹੀ ਮਨ ਰਾਖਿਆ, ਬ੍ਰਹਮ ਅਗਨ ਪਰ ਜਾਰੀ। ਪਰਪੰਚ ਦਾ ਅਰਥ ਜਗਤ ਸੰਸਾਰ, ਇਹ ਰਚਨਾ ਹੈ। ਮਹਾਰਾਜ ਕਹਿਣ ਲੱਗੇ ਜਦੋਂ ਕਿਸੇ ਦੇ ਅੰਦਰ ਪਰਮੇਸ਼ਵਰ ਦਾ ਨਾਮ ਸ਼ਬਦ ਟਿਕਦਾ, ਉਹਨੂੰ ਫਿਰ ਹਰ ਥਾਂ ਤੇ ਜਗਤ ਦੀ ਰਚਨਾ ਵਿੱਚ ਪਰਮਾਤਮਾ ਦੀ ਬੀਨਾ ਬੇਨ ਵੱਜਦੀ ਨਜ਼ਰ ਆਉਂਦੀ ਹੈ। ਪਰਮਾਤਮਾ ਦਾ ਨਾਮ ਦਾ ਸ਼ਬਦ ਗੂੰਜਦਾ ਨਜ਼ਰ ਆਉਂਦਾ। ਮਹਾਰਾਜ ਕਹਿੰਦੇ ਆ, ਕਹਿਣ ਲੱਗੇ ਪਰਪੰਚ ਬੇਨ ਤਹੀ ਮਨ ਰਾਖਿਆ, ਬ੍ਰਹਮ ਅਗਨ ਪ੍ਰਜਾਰੀ। ਫਿਰ ਉਹ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਅੰਦਰ ਪ੍ਰਚੰਡ ਅਗਨ ਬ੍ਰਹਮ ਅਵਸਥਾ ਪੈਦਾ ਕਰ ਲੈਂਦਾ। ਉਹ ਉੱਚੀ ਆਤਮਿਕ ਸੂਝ ਬੂਝ ਦਾ ਮਾਲਕ ਬਣ ਜਾਂਦਾ ਹੈ। ਪੰਚ ਤਤ ਮਿਲ ਅਹਨਿਸ ਦੀਪਕ, ਨਿਰਮਲ ਜੋਤ ਅਪਾਰੀ। ਕਹਿਣ ਲੱਗੇ ਪੰਜ ਤੱਤਾਂ ਦਾ ਇਹ ਸਰੀਰ ਲੈ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਉਹ ਅਹਨਿਸ ਦਿਨ ਰਾਤ ਆਪਣੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਜੋਤ ਨੂੰ ਜਗਾ ਲੈਂਦਾ। ਵੇਖੋ ਗਇਆ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਗਏ ਸਨ, ਉਹ ਲੋਕ 365 ਦੀਵੇ ਬਾਲਦੇ ਸਨ, ਸ਼ਬਦ ਵਰਤਦੇ ਸਨ, ਆਓ ਮਹਾਰਾਜ ਦੀਵਾ ਬੱਤੀ ਕਰ ਦਈਏ ਪੁਰਖਿਆਂ ਦੇ ਲਈ, ਰਸਤੇ ਰੁਸ਼ਨਾਏ ਜਾਣਗੇ। ਮਹਾਰਾਜ ਨੇ ਕਿਹਾ ਮੈਂ ਤੇਲ ਦਾ ਦੀਵਾ ਨਹੀਂ ਬਾਲਦਾ, ਇੱਕ ਦੀਵਾ ਮੇਰੇ ਹਿਰਦੇ ਅੰਦਰ ਬਲਦਾ ਪਿਆ। ਮਹਾਰਾਜ ਕਿਹੜਾ ਹੈ? ਤੇ ਬਚਨ ਵਰਤਿਆ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ, ਜਮ ਸਿਓ ਮੇਲ। ਮੈਂ ਇੱਕ ਨਾਮ ਦਾ ਦੀਵਾ ਬਾਲਿਆ, ਦੁੱਖਾਂ ਦਾ ਤੇਲ ਸੜਦਾ ਪਿਆ। ਕਹਿਣ ਲੱਗੇ ਜਿਵੇਂ ਜਿਵੇਂ ਨਾਮ ਦਾ ਦੀਵਾ ਬਲਦਾ, ਪਾਪ ਸੜ ਕੇ ਮੁੱਕਦੇ ਪਏ ਨੇ। ਲੋਕਾਂ ਮੱਤ ਕੋ ਫਕੜ ਪਾਏ, ਲੋਕਾਂ ਮਜ਼ਾਕ ਉਡਾਇਆ। ਮਹਾਰਾਜ ਨੇ ਕਿਹਾ ਸੀ ਚੇਤਾ ਰੱਖੋ, ਜੇ ਲੱਖਾਂ ਮਣ ਲੱਕੜ ਨੂੰ ਇੱਕ ਅੱਗ ਦੀ ਚਿੰਗਾਰੀ ਸਾੜ ਕੇ ਸੁਆਹ ਕਰ ਸਕਦੀ ਹੈ, ਨਾਮ ਇੱਕ ਐਸਾ ਦੀਵਾ ਹੈ ਜਿਹੜਾ ਲੱਖਾਂ ਕੀਤੇ ਹੋਏ ਗੁਨਾਹਾਂ ਨੂੰ ਸਾੜ ਕੇ ਰੱਖ ਦਿੰਦਾ ਹੈ। ਮਹਾਰਾਜ ਨੇ ਕਿਹਾ ਲੱਖ ਮੜਿਆ ਕਰ ਏਕ ਛੇ, ਏਕ ਰਤੀ ਲੈ ਪਾਹੇ। ਇੱਥੇ ਬਚਨ ਵਰਤਿਆ ਭਾਈ, ਸਤਿਗੁਰੂ ਜਦੋਂ ਕਿਰਪਾ ਕਰ ਦਿੰਦਾ ਫਿਰ ਪੰਜ ਤੱਤਾਂ ਦਾ ਜਿਹੜਾ ਸਰੀਰ ਹੈ, ਮਨੁੱਖ ਇਹਨੂੰ ਸਵਾਹ ਮਲ ਕੇ ਜੰਗਲਾਂ ਵਿੱਚ ਭੜਕਦਾ ਨਹੀਂ, ਉਹ ਇਹਦੇ ਹਿਰਦੇ ਅੰਦਰ ਨਿਰਮਲ ਨਾਮ ਦਾ ਦੀਵਾ ਜਗਾਉਂਦਾ ਹੈ। ਰਵ ਸਸ ਲੋਕੇ ਇਹੋ ਤਨ ਕਿੰਗਰੀ, ਵਾਜੈ ਸ਼ਬਦ ਨਿਰਾਰੀ। ਰਵ ਸਸ ਸ਼ਬਦ ਆਇਆ, ਉਂਝ ਰਵ ਦਾ ਅਰਥ ਸੂਰਜ ਤੇ ਸਸ ਦਾ ਅਰਥ ਹੁੰਦਾ ਚੰਦਰਮਾ, ਪਰ ਇੱਥੇ ਜਿਹੜਾ ਅਰਥ ਕੀਤਾ ਗਿਆ ਹੈ, ਰਬ ਦਾ ਅਰਥ ਹੈ ਈੜਾ ਨਾੜੀ, ਤੇ ਸਸ ਦਾ ਅਰਥ ਹੈ ਪਿੰਗਲਾ ਨਾੜੀ। ਜਿਹੜੇ ਜੋਗੀ ਕਰਮ ਕਰਦੇ ਸਨ, ਈੜਾ ਪਿੰਗਲਾ। ਮਹਾਰਾਜ ਕਹਿੰਦੇ ਆ, ਤੇ ਲੋਕੇ ਦਾ ਅਰਥ ਹੈ ਤੂੰਬਾ। ਉਹਨਾਂ ਕੋਲ ਕਿੰਗਰੀ ਹੁੰਦੀ ਆ ਜੀ। ਮੈਂ ਬੇਨਤੀ ਤੁਹਾਨੂੰ ਕਰਾਂ, ਕਿੰਗਰੀ ਇੱਕ ਸਾਜ਼ ਹੈ, ਦੋ ਪਾਸੇ ਤੁੰਬੇ ਲੱਗੇ ਨੇ, ਵਿਚਾਲੇ ਤਾਰ ਪਾਈ ਹੈ, ਜੋਗੀ ਵਜਾਉਂਦੇ ਨੇ। ਮਹਾਰਾਜ ਕਹਿੰਦੇ ਆ ਅਸੀਂ ਤੁਹਾਡੇ ਵਰਗੀ ਕਿੰਗਰੀ ਨਹੀਂ ਰੱਖੀ, ਸਿੱਖ ਨੇ ਆਪਣੇ ਤਨ ਨੂੰ ਹੀ ਕਿੰਗਰੀ ਬਣਾ ਰੱਖਿਆ। ਸਿੱਖ ਆਪਣੇ ਹਿਰਦੇ ਦੇ ਅੰਦਰ ਨਾਮ ਜਪਦਾ, ਨਾਮ ਦੀ ਤਾਰ ਵਜਾਉਂਦਾ ਹੈ। ਬਸ ਇਹੀ ਨਾਮ ਦਾ ਤੁੰਬਾ ਸਿੱਖ ਦੇ ਹਿਰਦੇ ਅੰਦਰ ਚੱਲਦਾ ਹੈ। ਚੱਲਦਾ ਤਾਂ ਹੈ ਕਿਉਂਕਿ ਉਹਨੇ ਗੁਰੂ ਦੇ ਸ਼ਬਦ ਦਾ ਪੱਲਾ ਪਕੜਿਆ ਹੈ। ਸ਼ਿਵ ਨਗਰੀ ਮਹਿ ਆਸਨ ਔਦੂ, ਅਲਖ ਅਗੰਮ ਅਪਾਰੀ। ਨਾਮ ਜਪਣ ਵਾਲਾ, ਗੁਰੂ ਦੇ ਸ਼ਬਦ ਦੀ ਟੇਕ ਲੈਣ ਵਾਲਾ, ਸ਼ਿਵ ਨਗਰੀ ਦਾ ਅਰਥ ਉਹ ਪਰਮਾਤਮਾ ਦੇ ਘਰ ਵਿੱਚ ਆਪਣਾ ਟਿਕਾਣਾ ਬਣਾ ਲੈਂਦਾ। ਜਿਹੜਾ ਪਰਮਾਤਮਾ ਅਲਖ ਹੈ, ਲਖਿਆ ਨਹੀਂ ਜਾ ਸਕਦਾ, ਜਿਹੜਾ ਅਗੰਮ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਅਪਾਰੀ, ਜਿਹਦਾ ਪਾਰਾਵਾਰ ਕੋਈ ਨਹੀਂ। ਮਹਾਰਾਜ ਜੋਗੀਆਂ ਨੂੰ ਕਹਿੰਦੇ, ਜੋਗੀ ਜਿਹੜਾ ਸਿੱਖ ਹੈ ਉਹ ਨਾਮ ਜਪ ਕੇ ਪਰਮੇਸ਼ਵਰ ਦੇ ਘਰ ਵਿੱਚ ਆਪਣੀ ਥਾਂ ਬਣਾ ਲੈਂਦਾ ਹੈ। ਜਿਹੜਾ ਪਰਮਾਤਮਾ ਅਲਖ ਹੈ, ਅਗੰਮ ਹੈ, ਜਿਹੜਾ ਪਾਰਾਵਾਰ ਤੋਂ ਰਹਿਤ ਹੈ, ਉਹਦੇ ਚਰਨਾਂ ਵਿੱਚ ਜੁੜਦਾ ਹੈ। ਕਾਇਆ ਨਗਰੀ ਇਹੋ ਮਨ ਰਾਜਾ, ਪੰਚ ਵਸਹਿ ਵਿਚਾਰੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ, ਉਂਝ ਮਨੁੱਖ ਆਪਣੇ ਇੰਦਰੀਆਂ ਦਾ, ਆਪਣੇ ਸਰੀਰ ਦਾ ਗੁਲਾਮ ਹੈ,
ਮਨ ਹੈ ਉਹ ਕਈ ਵਾਰੀ ਵਿਕਾਰਾਂ ਵਾਲੇ ਪਾਸੇ ਹੀ ਦੌੜਦਾ, ਪਰ ਸਤਿਗੁਰੂ ਕਹਿਣ ਲੱਗੇ ਸ਼ਬਦ ਦਾ ਪੱਲਾ ਪਕੜਨ ਵਾਲਾ ਕਾਇਆ ਨਗਰੀ ਇਹ ਮਨ ਰਾਜਾ, ਉਹ ਆਪਣੀ ਕਾਇਆ ਦਾ ਮਨ ਬਾਦਸ਼ਾਹ ਬਣ ਜਾਂਦਾ ਹੈ। ਬਾਦਸ਼ਾਹ ਤਾਂ ਬਣਦਾ ਸ਼ਬਦ ਨਾਲ ਜੁੜਿਆ, ਇੰਦਰੀਆਂ ਨੂੰ ਵਿਕਾਰਾਂ ਵਿੱਚ ਨਹੀਂ ਜਾਣ ਦਿੰਦਾ। ਮਨ ਬਾਦਸ਼ਾਹ ਤਾਂ ਬਣਿਆ ਕਿਉਂਕਿ ਪੰਜ ਵਸੇ ਵਿਚਾਰੀ, ਉਹਨੇ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਪੰਜ ਇੰਦਰੀਆਂ ਨੂੰ ਆਪਣੇ ਕਾਬੂ ਕੀਤਾ ਹੋਇਆ ਤੇ ਆਪਣੇ ਆਪ ਨੂੰ ਵੀ ਗੁਰੂ ਦੇ ਸ਼ਬਦ ਵਿੱਚ ਜੋੜਿਆ ਹੈ। ਸ਼ਬਦ ਰਵੈ ਆਸਨ ਕਰ ਰਾਜਾ, ਅਦਲ ਕਰੇ ਗੁਣਕਾਰੀ। ਗੁਰੂ ਦੇ ਸ਼ਬਦ ਦਾ ਪੱਲਾ ਪਕੜ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਆਪਣੇ ਅਸਲੀ ਆਸਨ ਵਿੱਚ ਟਿਕਾਣਾ ਕਰ ਲੈਂਦਾ। ਅਦਲ ਕਰੇ ਗੁਣਕਾਰੀ, ਅਦਲ ਦਾ ਅਰਥ ਹੈ ਨਿਆਂ। ਜਿਹੜਾ ਮਨ ਰਾਜਾ ਹੈ ਫਿਰ ਉਹ ਨਿਆਂ ਕਰਨਾ ਸ਼ੁਰੂ ਕਰ ਦਿੰਦਾ। ਉਂਝ ਮਨੁੱਖ ਦਾ ਮਨ ਨਿਆਂ ਨਹੀਂ ਕਰਦਾ, ਇਹ ਦੌੜਦਾ ਵਿਕਾਰਾਂ ਵਾਲੇ ਪਾਸੇ, ਇੰਦਰੀਆਂ ਨੂੰ ਨਾਲ ਪ੍ਰੇਰਦਾ। ਪਰ ਕਹਿੰਦੇ ਜਿਹੜਾ ਸ਼ਬਦ ਵਿੱਚ ਜੁੜ ਜਾਏ ਉਹ ਆਪਣੇ ਮਨ ਨੂੰ ਸ਼ਬਦ ਵਿੱਚ ਜੋੜ ਕੇ ਇੰਦਰੀਆਂ ਨੂੰ ਕਾਬੂ ਕਰਕੇ ਇੰਦਰੀਆਂ ਦਾ ਵੀ ਭਲਾ ਕਰਦਾ, ਨਿਆਂ ਕਰਦਾ, ਉਹਨਾਂ ਨੂੰ ਕਾਬੂ ਰੱਖਦਾ ਹੈ, ਸ਼ਬਦ ਨਾਲ ਜੋੜਦਾ ਹੈ। ਫਿਰ ਬੇਨਤੀ ਤੁਹਾਨੂੰ ਕਰਾਂ, ਇਹ ਬੇਨਤੀ ਜ਼ਰੂਰ ਦੁਹਰਾ ਦਿਆਂ ਕਿ ਉਸ ਮਹਾਂਪੁਰਖ ਦਾ ਕੱਲ ਆ ਪ੍ਰਕਾਸ਼ ਦਿਹਾੜਾ ਆ ਰਿਹਾ, ਮਨਾਇਆ ਜਾ ਰਿਹਾ, ਜਿਸ ਮਹਾਂਪੁਰਖ ਨੇ ਬੜੀ ਗੁਰੂ ਦੀ ਬੰਦਗੀ ਤੇ ਭਗਤੀ, ਜਿਹਨੇ ਗੁਰੂ ਦੀ ਟੇਕ ਲੈ ਕੇ ਬਖਸ਼ਿਸ਼ ਲੈ ਕੇ ਗੁਰੂ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ। ਕੱਲ ਰੋਜ਼ ਮੈਂ ਬੇਨਤੀ ਕਰਾਂ ਸ਼ਹੀਦਾਂ ਦੇ ਪਾਵਨ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਆਸਣ ਤੇ, ਉਸ ਅਸਥਾਨ ਤੇ 9 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਖਾਸ ਕਰਕੇ ਬੇਨਤੀ ਹੈ ਭਾਈ ਅੰਮ੍ਰਿਤ ਧਾਰੀ ਬਣੀਏ। ਮੈਂ ਇੱਕ ਬੇਨਤੀ ਤੁਹਾਨੂੰ ਕਹਿ ਕੇ ਫਤਿਹ ਬੁਲਾਵਾਂ। ਆ ਤੁਸੀਂ ਸਵਾਮੀ ਦਇਆਨੰਦ ਦਾ ਨਾਮ ਸੁਣਿਆ ਹੋਏਗਾ। ਗੁਰਮੁਖੋ ਕਦੀ ਖਿਆਲ ਕਰਿਓ, ਸਵਾਮੀ ਦਇਆਨੰਦ ਕਈ ਵਾਰੀ ਉਹਨੇ ਗੁਰੂ ਘਰ ਦੇ ਪ੍ਰਤੀ ਕਈ ਸ਼ਬਦ ਬੋਲੇ, ਪਰ ਇੱਕ ਵਕਤ ਆਇਆ ਜਦੋਂ ਉਹਦਾ ਤਨ ਬਜ਼ੁਰਗ ਹੋਇਆ। ਉਹਦਾ ਲਾਗੇ ਦਾ ਸਾਥੀ ਸੀ ਭਾਗ ਰਾਮ। ਉਹਨੇ ਭਾਗ ਰਾਮ ਨੂੰ ਬੁਲਾ ਕੇ ਇੱਕ ਸ਼ਬਦ ਵਰਤਿਆ, ਕਹਿਣ ਲੱਗਿਆ ਮੈਂ ਸਾਰਾ ਜੀਵਨ ਵੇਦਾਂਤ ਦੇ ਮੁਤਾਬਕ ਜਿਉਇਆ ਹੈ। ਵੇਦਾਂਤ ਇਹ ਕਹਿੰਦੇ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਤਨ ਨੂੰ ਉਹ ਹੱਥ ਲਾਏ, ਉਹ ਅਰਥੀ ਨੂੰ ਮੋਢਾ ਦੇ ਜਿਹਨੇ ਕਦੀ ਜਨਮ ਤੋਂ ਲੈ ਕੇ ਤੰਬਾਕੂ ਨਸ਼ੇ ਨੂੰ ਹੱਥ ਨਾ ਲਾਇਆ ਹੋਵੇ। ਤੇ ਭਾਗ ਰਾਮ ਤੂੰ ਖਿਆਲ ਰੱਖੀ 30 ਅਕਤੂਬਰ 1883 ਈਸਵੀ ਨੂੰ ਅਜਮੇਰ ਦੀ ਧਰਤੀ ਤੇ ਉਹ ਕਾਲ ਚਲਾਣਾ ਕਰਦਾ ਤੇ ਭਾਗ ਰਾਮ ਨੇ ਜਿਉਂਦਿਆਂ ਇੱਕ ਗੱਲ ਕਹੀ ਸੀ, ਕਹਿਣ ਲੱਗਿਆ ਸਵਾਮੀ ਜੀ ਇਹੋ ਜਿਹੇ ਮਨੁੱਖ ਜੇ ਲੱਭਣੇ ਹੋਵਣ ਜਿਹੜੇ ਅੰਮ੍ਰਿਤ ਦੇ ਵਪਾਰੀ ਹੋਵਣ, ਜਿਨ੍ਹਾਂ ਨਸ਼ੇ ਨੂੰ ਕਦੀ ਹੱਥ ਨਹੀਂ ਲਾਇਆ, ਇਹੋ ਜਿਹੇ ਤੇ ਫਿਰ ਗੁਰੂ ਨਾਨਕ ਦੇ ਘਰ ਦੇ ਸਿੱਖ ਹੀ ਲੱਭ ਸਕਦੇ ਨੇ। ਗੁਰੂ ਨਾਨਕ ਦੇ ਘਰ ਦੇ ਸਿੱਖ ਨੇ। ਆਪ ਜੀ ਨੂੰ ਪਤਾ ਹੋਵੇ ਉਂਝ ਭਾਵੇਂ ਉਹ ਗੁਰੂ ਘਰ ਦਾ ਵਿਰੋਧੀ ਰਿਹਾ, ਪਰ ਚੇਤਾ ਰੱਖਣ ਵਾਲੀ ਗੱਲ ਹੈ ਸਵਾਮੀ ਜਦੋਂ ਦਇਆਨੰਦ ਚੜ੍ਹਾਈ ਕਰਦਾ ਅਜਮੇਰ ਦੀ ਧਰਤੀ ਤੋਂ 6 ਸਿੱਖ ਲੱਭੇ ਗਏ। ਮਿਸਤਰੀ ਵਧਾਵਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਚੰਦਾ ਸਿੰਘ, ਟਹਿਲ ਸਿੰਘ, ਪਾਲ ਸਿੰਘ, ਖੁਸ਼ਿਆਲ ਸਿੰਘ। 2 ਸਿੱਖਾਂ ਨੇ ਉਹਦੇ ਸਰੀਰ ਦਾ ਇਸ਼ਨਾਨ ਕਰਵਾਇਆ। 4 ਸਿੱਖਾਂ ਨੇ ਅਰਥੀ ਨੂੰ ਮੋਢਾ ਲਾ ਕੇ ਉਹਦੀ ਅੰਤਮ ਕਿਰਿਆ ਕੀਤੀ ਸੀ। ਮੈਂ ਤਾਂ ਬੇਨਤੀ ਕਹਿਣ ਲੱਗੀ ਹਾਂ, ਉਦੋਂ ਗੁਰੂ ਘਰ ਦਾ ਵਿਰੋਧੀ ਵੀ ਜਾਣਦਾ ਹੈ ਕਿ ਜਿਹੜੇ ਸਿੱਖ ਨੇ ਇਹ ਨਸ਼ਿਆਂ ਦੇ ਵਪਾਰੀ ਨੇ, ਇਹ ਅੰਮ੍ਰਿਤ ਦੇ ਵਪਾਰੀ ਨੇ, ਇਹ ਨਸ਼ਿਆਂ ਦੇ ਵਪਾਰੀ ਨਹੀਂ। ਮੈਂ ਤਾਂ ਬੇਨਤੀ ਕਹਿਣ ਲੱਗਿਆ ਭਲਿਓ ਕੱਲ ਰੋਜ਼ ਅੰਮ੍ਰਿਤ ਸੰਚਾਰ ਹੋਣਾ, ਸਾਨੂੰ ਗੁਰੂ ਨੇ ਅੰਮ੍ਰਿਤ ਬਾਣੀ ਨਾਲ ਜੋੜ ਕੇ ਅੰਮ੍ਰਿਤ ਦੀ ਦਾਤ ਦੇ ਕੇ ਅੰਮ੍ਰਿਤ ਵੇਲਾ ਬਖਸ਼ ਕੇ ਸਾਨੂੰ ਅੰਮ੍ਰਿਤ ਦਾ ਵਪਾਰੀ ਬਣਾਇਆ ਹੈ। ਸਤਿਗੁਰੂ ਰਹਿਮਤ ਕਰੇ ਅਸੀਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤ ਧਾਰੀ ਬਣ ਜਾਈਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ। ਆਪ ਸਰਬੱਤ ਸੰਗਤ ਨੇ ਬੜੇ ਪਿਆਰ ਨਾਲ ਬੈਠ ਕੇ ਗੁਰੂ ਕੇ ਵਿਚਾਰ ਸੁਨੇ। ਧੰਨਵਾਦ ਜੀ। ਸਿੰਘ ਸਾਹਿਬ ਜੀ ਹੁਣਾਂ ਦਾ ਬਹੁਤ ਧੰਨਵਾਦ, ਬੜੇ ਪਿਆਰ ਵਾਲੇ ਨੇ, ਸਭ ਨੂੰ ਪਿਆਰ ਕਰਦੇ ਹੈ। ਸਮੁੱਚੀ ਪ੍ਰਬੰਧਕ ਕਮੇਟੀ ਦਾ, ਵਜ਼ੀਰ ਸਾਹਿਬਾਨਾਂ ਦਾ ਧੰਨਵਾਦ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਾਇਆ ਨਗਰੀ ਇਹੋ ਮਨ ਰਾਜਾ, ਪੰਚ ਵਸਹਿ ਵਿਚਾਰੀ। ਸ਼ਬਦ ਰਵੈ ਆਸਨ ਕਰ ਰਾਜਾ, ਅਦਲ ਕਰੇ ਗੁਣਕਾਰੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।